ਸਤਿਨਾਮ ਸ੍ਰੀ ਵਾਹਿਗੁਰੂ ਜੀ ਚੌਪਈ। ਕੌਣ ਜਤਨ ਸੋ ਪਾਇਆ ਜਾਏ, ਸੋ ਸੁਧ ਦੇਹੁ ਹਮਕੋ ਸਮਝਾਏ। ਸ਼੍ਰੀ ਨਾਨਕ ਪੁਨ ਕੀਨ ਅਲਾਵਨ, ਪੂਰਨ ਕੀਨੋ ਸ਼ਬਦ ਸੁਹਾਵਨ। ਕੌਣ ਜਤਨ ਸੋ ਪਾਇਆ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਰੂਪ, ਗੁਰੂ ਸਵਾਰੇ, ਗੁਰੂ ਪਿਆਰੇ, ਸਤਿਗੁਰਾਂ ਦੇ ਸਾਜੇ ਨਵਾਜੇ, ਗੁਰੂ ਖਾਲਸਾ, ਸਾਧ ਸੰਗਤ ਮਾਈ ਭਾਈ ਜੀ, ਆਪ ਸਾਰੀਆਂ ਸੰਗਤਾਂ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋਂ, ਧੰਤਾ ਦੇ ਯੋਗ ਹੋਂ, ਜੋ ਸਾਹਿਬੇ ਕਮਾਲ, ਦੀਨ ਦੁਨੀਆ ਦੇ ਰਾਖੇ, ਲੋਕ ਪ੍ਰਲੋਕ ਦੇ ਵਿੱਚ ਸਾਡੀ ਦਸਤਗੀਰੀ ਕਰਨ ਵਾਲੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰ ਰਹੇ ਹੋ, ਚਰਨ ਪਰਸ ਰਹੇ ਹੋ। ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਭਾਗਹੀਣ ਭਰਮ ਚੋਟਾਂ ਖਾਵੈਂ, ਜਿਨ੍ਹਾਂ ਦੇ ਭਾਗ ਮਾੜੇ ਹੁੰਦੇ, ਕੰਮ ਨਹੀਂ ਕਰਦੇ, ਉਹਨਾਂ ਨੂੰ ਇਹ ਸੁਭਾਗ ਪ੍ਰਾਪਤ ਨਹੀਂ ਹੁੰਦਾ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਜਾਣ ਕੇ ਦਇਆ ਕਰਦੇ ਹੈ, ਆਪਣੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਬਖਸ਼ਦੇ ਹੈ, ਸੋਹਣੇ ਦਰਸ਼ਨਾਂ ਦਾ ਸੋਹਣਾ ਸੁਹਾਵਣਾ ਸਮਾਂ ਬਖਸ਼ਿਸ਼ ਕਰਦੇ ਹਨ। ਸੋ ਆਪ ਸਰਬੱਤ ਸਮੂਹ ਗੁਰੂ ਕੀ ਸੰਗਤ ਮਾਈ ਭਾਈ ਵਡਭਾਗੇ ਹੋ ਰਹੇ ਹੋ। ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨ ਪਰਸ ਕੇ ਦਰਸ਼ਨ ਕਰਕੇ ਐਸਾ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਇਹ ਪਾਵਨ ਪਵਿੱਤਰ ਅਸਥਾਨ ਹੈ, ਜੋ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਧੰਨ ਕਲਗੀਧਰ ਪਿਤਾ ਜੀ ਦੇ ਪੜਦਾਦਾ ਗੁਰਾਂ ਨੇ ਪਹਿਲਾਂ ਹੀ ਇਹ ਅੰਮ੍ਰਿਤ ਬਚਨ ਉਚਾਰ ਦਿੱਤੇ ਸਨ। ਅਵਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ, ਮਨ ਇੱਛਾ ਸੇਈ ਫਲ ਪਾਏ ਕਰਤੇ ਆਪ ਵਸਾਇਆ ਰਾਮ। ਕਰਤੇ ਪੁਰਖ ਵਾਹਿਗੁਰੂ ਦਾ ਉਹ ਸੋਭਨੀਕ ਕੀਤਾ ਹੋਇਆ ਸਥਾਨ, ਜਿੱਥੇ ਆਣ ਕੇ ਗੁਰੂ ਕੀਆਂ ਸੰਗਤਾਂ ਭਜਨ ਸਿਮਰਨ ਸੇਵਾ ਕਰਦੀਆਂ ਹਨ, ਜਿੱਥੇ ਆਣ ਕੇ ਅਰਦਾਸਾਂ ਬੇਨਤੀਆਂ ਕਰਦੇ ਹੈ, ਫਿਰ ਸਤਿਗੁਰੂ ਜੀ ਕਿਰਪਾ ਕਰਦੇ, ਮਨ ਇੱਛੇ ਸੇ ਹੀ ਫਲ ਪਾਏ। ਜਿਹੜੀ ਵੀ ਮਨ ਵਿੱਚ ਭਾਵਨਾ ਹੁੰਦੀ ਹੈ, ਉਹ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਪਿਆਰਿਆਂ ਦੀ ਪੂਰੀ ਕਰਦੇ ਹਨ। ਸੋ ਆਪ ਵਡਭਾਗੇ ਹੋ ਰਹੇ ਹੋ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਗੋਦ ਵਿੱਚ ਬੈਠਣ ਦਾ ਸੋਹਣਾ ਸਮਾਂ ਆਪ ਸੰਗਤ ਨੂੰ ਪ੍ਰਾਪਤ ਹੋ ਰਿਹਾ ਹੈ। ਨਿਤਨੇਮ ਦੀ ਮਰਜ਼ਾਦਾ ਅਨੁਸਾਰ ਸਤਿਗੁਰਾਂ ਦੇ ਸਾਜੇ ਨਵਾਜੇ ਸਿੰਘ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਦੇਗਾਂ ਦੇ ਭੋਗ ਲਵਾਏ ਹਨ। ਉਪਰੰਤ ਸੰਗਤ ਜੀ ਜੋ ਪਿਛਲੇ ਪਹਿਰ ਦੇ ਦੀਵਾਨ ਸਾਜਦੇ, ਜਿਨ੍ਹਾਂ ਵਿੱਚ ਗੁਰ ਇਤਿਹਾਸ ਦੀ ਕਥਾ ਵਿਚਾਰ ਗੁਰੂ ਕੀ ਸੰਗਤ ਨੂੰ ਸਰਵਣ ਕਰਵਾਈ ਜਾਂਦੀ ਹੈ, ਕਿਉਂਕਿ ਗੁਰੂ ਕੇ ਇਤਿਹਾਸ ਤੋਂ ਜਾਣੂ ਹੋਣਾ ਵੀ ਹਰ ਗੁਰਸਿੱਖ ਮਾਈ ਭਾਈ ਵਾਸਤੇ ਅਤੀ ਜ਼ਰੂਰੀ ਹੈ। ਸਿੱਖਿਆ ਗੁਰ ਵਿਚਾਰ, ਇਹ ਸਿੱਖੀ ਦੀ ਸਿੱਖਿਆ ਜੋ ਹੈ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਚਰਿੱਤਰ ਕੌਤਕਾਂ ਦੇ ਵਿੱਚੋਂ ਹੀ ਪ੍ਰਾਪਤ ਹੁੰਦੀ ਹੈ। ਸਾਡੀ ਸਰਧਾ ਜਿਹੜੀ ਹੈ, ਭਾਵਨਾ ਜਿਹੜੀ ਹੈ, ਉਹਨੂੰ ਫਲ ਲੱਗਦਾ ਹੈ ਗੁਰੂ ਕਾ ਇਤਿਹਾਸ ਪੜ੍ਹਨ ਅਤੇ ਸੁਣਨ ਦੇ ਨਾਲ। ਸਾਡੇ ਹਿਰਦੇ ਵਿੱਚ ਪਿਆਰ ਉਤਪੰਨ ਹੁੰਦਾ ਹੈ
ਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਪੜ੍ਹਨ ਸੁਣਨ ਦੇ ਨਾਲ ਗੁਰੂ ਘਰ ਦੀ ਮਾਣ ਮਰਜ਼ਾਦਾ ਦਾ ਪਤਾ ਲੱਗਦਾ ਹੈ। ਗੁਰੂ ਕਾ ਇਤਿਹਾਸ ਪੜ੍ਹਨ ਸੁਣਨ ਦੇ ਨਾਲ। ਸੋ ਸੰਗਤ ਜੀ, ਗੁਰਬਾਣੀ ਪੜ੍ਹਨੀ ਸੁਣਨੀ, ਗੁਰਬਾਣੀ ਦੇ ਪਾਵਨ ਪਵਿੱਤਰ ਅਰਥਾਂ ਨੂੰ ਜਾਣਨਾ, ਪੜ੍ਹਨਾ ਸੁਣਨਾ, ਜਿੱਥੇ ਇਹ ਵੀ ਜ਼ਰੂਰੀ ਹੈ ਉੱਥੇ ਗੁਰੂ ਕਾ ਇਤਿਹਾਸ ਤੋਂ ਜਾਣੂ ਹੋਣਾ ਵੀ ਹਰ ਗੁਰਸਿੱਖ ਵਾਸਤੇ ਜ਼ਰੂਰੀ ਹੈ। ਇਸ ਵਾਸਤੇ ਪਿਛਲੇ ਪੈਰ ਦੇ ਦੀਵਾਨਾਂ ਵਿੱਚ ਜੋ ਗੁਰ ਇਤਿਹਾਸ ਦੀ ਕਥਾ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ, ਉਸ ਦੀ ਆਰੰਭਤਾ ਹੋ ਰਹੀ ਹੈ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਨੰਦ ਕਲਾ ਹੋਏ ਠਾਕਰ ਚੜ੍ਹਿਆ। ਐਸੇ ਸੱਚੇ ਪਾਤਸ਼ਾਹ ਅਨੇਕਾਂ ਹੀ ਸ਼ਕਤੀਆਂ ਦੇ ਸੁਆਮੀ ਇਸ ਦੁਖੀ ਧਰਤੀ ਦੀ ਫਰਿਆਦ ਨੂੰ ਸੁਣ ਕੇ ਆਪ ਨਰੈਣ ਕਲਾ ਧਾਰ ਜਗ ਮਹਿ ਪਰਵਰਿਓ। ਆਪ ਨਰੈਣ ਨੇ ਨਰ ਦਾ ਸਰੂਪ ਧਾਰਨ ਕਰਕੇ ਮਾਤ ਲੋਕ ਤੇ ਅਵਤਾਰ ਧਾਰਿਆ। ਐਸੇ ਸੱਚੇ ਪਾਤਸ਼ਾਹ ਮਹਾਰਾਜ ਦੀਨ ਦਿਆਲ ਸਤਿਗੁਰੂ ਜੀ ਦੀ ਕਥਾ ਸੰਗਤ ਜੀ ਚੱਲ ਰਹੀ ਹੈ। ਕੱਲ ਆਪ ਸੰਗਤਾਂ ਨੇ ਹਜ਼ੂਰ ਦਾ ਇਤਿਹਾਸ ਸਰਵਣ ਕੀਤਾ ਸੀਗਾ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਸਾਧੂ ਮੰਡਲੀ ਦਾ ਮਿਲਾਪ ਹੋਇਆ। ਉਹਨਾਂ ਨੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਦੇ ਚਰਨ ਪਰਸੇ, ਨਮਸਕਾਰ ਕੀਤੀ, ਬੇਨਤੀ ਕੀਤੀ, ਮਹਾਰਾਜ ਆਪ ਕਰਤੇ ਦੇ ਸਰੂਪ ਹੋ। ਉਹ ਕਰਤੇ ਦਾ ਰੰਗ ਰੂਪ ਚਿੰਨ ਆਕਾਰ ਕਿਹੋ ਜਿਹਾ ਹੈ, ਉਹ ਕਿਰਪਾ ਕਰਕੇ ਦੱਸੋ। ਸਤਿਗੁਰਾਂ ਨੇ ਇਹ ਬਚਨ ਕੀਤੇ ਸਨ, ਸੰਤ ਜੀ ਉਹ ਵਾਹਿਗੁਰੂ ਜਿਹੜਾ ਹੈ ਉਹ ਰੂਪ ਦੇ ਵਿੱਚ ਬੱਝਾ ਹੋਇਆ ਨਹੀਂ ਹੈ, ਰੰਗ ਦੇ ਵਿੱਚ ਬੱਝਾ ਹੋਇਆ ਨਹੀਂ ਹੈ, ਉਹਦਾ ਕੋਈ ਚਿੰਨ੍ਹ ਜਾਂ ਆਕਾਰ ਕੋਈ ਨਹੀਂ ਹੈ। ਵੇਦਾਂਤੀ ਲੋਕ ਜਿਹੜੇ ਹੈ ਉਸ ਦੇ ਵਜੂਦ ਨੂੰ ਇੰਨਾ ਮੰਨਦੇ ਹੈ, ਰੇਤਾ ਦੇ ਕਿਣਕੇ ਨੂੰ ਕੱਟ ਕੇ 100 ਹਿੱਸੇ ਵਿੱਚ ਕਰ ਦਿੱਤਾ ਜਾਵੇ, ਇੰਨਾ ਉਹਦਾ ਸਰੂਪ ਛੋਟੇ ਤੋਂ ਛੋਟਾ ਹੈ। ਇਸੇ ਪ੍ਰਕਾਰ ਜੋ ਉਸ ਦਾ ਵੱਡਾ ਸਰੂਪ ਹੈ, ਜੋ ਵੀ ਆਪਾਂ ਨੂੰ ਸੰਸਾਰ ਦੇ ਵਿੱਚ ਦਿਸ ਰਿਹਾ ਹੈ, ਬੜੇ ਬੜੇ ਸਮੁੰਦਰ, ਪਹਾੜ, ਹਿਮਾਲਿਆ ਵਰਗੇ ਦਰਿਆ ਆਦਿਕ, ਇਹ ਸਾਰੇ ਉਸ ਕਰਤੇ ਦਾ ਸਰੂਪ ਹਨ। ਸੋ ਫਿਰ ਇਹ ਸ੍ਰਿਸ਼ਟੀ ਸਾਜਣ ਆਦਿਕ ਦਾ ਸਾਰਾ ਵਰਣਨ ਬੇਨਤੀ ਸਾਧੂਆਂ ਦੇ ਕਰਨ ਤੇ ਸੱਚੇ ਪਾਤਸ਼ਾਹ ਜੀ ਨੇ ਸਰਵਣ ਕਰਵਾਇਆ ਸੀ। ਕਿਵੇਂ ਬ੍ਰਹਮਾ ਜੀ ਦੀ ਉਤਪਤੀ ਹੋਈ, ਅਕਾਲ ਪੁਰਖ ਵਾਹਿਗੁਰੂ ਦੀ ਨਾਭੀ ਵਿੱਚੋਂ ਕਵਲ ਫੁੱਲ ਪੈਦਾ ਹੋਇਆ, ਉਹਦੇ ਵਿੱਚੋਂ ਬ੍ਰਹਮਾ ਜੀ ਪੈਦਾ ਹੋਏ। ਬ੍ਰਹਮਾ ਜੀ ਨੂੰ ਕਿਵੇਂ ਹੰਕਾਰ ਹੋ ਗਿਆ, ਕਿਵੇਂ ਕਰਤੇ ਪੁਰਖ ਨੇ ਉਹਨਾਂ ਦਾ ਹੰਕਾਰ ਦੂਰ ਕੀਤਾ। ਕਿਉਂਕਿ ਹਰੀ ਨੂੰ ਹੰਕਾਰ ਭਾਉਂਦਾ ਨਹੀਂ ਹੈ, ਹਰ ਜੂ ਹੰਕਾਰ ਨਾ ਭਾਵੈ ਵੇਦ ਕੂਕ ਸੁਣਾਵੈ। ਸੋ ਇਸ ਵਾਸਤੇ ਫਿਰ ਉਹ ਕਰਤੇ ਦੇ ਨੇਤਰ ਆਦਿਕ ਕਿਹੇ ਜਿਹੇ ਹੈ ਤੇ ਉਹ ਵੇਖਦਾ ਕਿਵੇਂ ਹੈ, ਜੀਵਾਂ ਦਾ ਵੇਖਣਾ ਕਿਵੇਂ ਦਾ ਹੈ, ਇਤਿਆਦਿਕ ਇਹ ਚੰਦ ਸੂਰਜ ਜਿਹੜੇ ਹਨ ਇਹ ਦੋ ਦੀਵੇ ਬਣਾਏ ਹੋਏ ਆ ਪਰਮੇਸ਼ਵਰ ਨੇ, ਜੋ ਸਾਰੀ ਸ੍ਰਿਸ਼ਟੀ ਨੂੰ ਰੁਸ਼ਨਾ ਰਹੇ ਹੈ, ਲੋ ਦੇ ਰਹੇ ਹੈ। ਜਿੰਨੀ ਚਾਹੀਦੀ ਹੈ ਓਨੀ ਗਰਮੀ ਸੂਰਜ ਰਾਹੀਂ ਪਰਮੇਸ਼ਵਰ ਜੀਵਾਂ ਨੂੰ ਦਿੰਦਾ ਹੈ। ਇਸੇ ਪ੍ਰਕਾਰ ਜਿੰਨਾ ਸੀਤਲਤਾਈ ਦੀਆਂ ਕਿਰਨਾਂ ਚਾਹੀਦੀਆਂ ਹਨ ਉਹ ਚੰਦਰਮਾ ਦੁਆਰਾ ਦਿੱਤੀਆਂ ਜਾਂਦੀਆਂ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਿੱਥੇ ਕਿਰਪਾ ਕੀਤੀ, ਚੰਦਰਮਾ ਵੀ ਸਾਧ ਸੰਗਤ ਜੀ 24 ਅਵਤਾਰਾਂ ਵਿੱਚੋਂ ਇੱਕ ਅਵਤਾਰ ਹੈ। ਜਿੱਥੇ ਚੰਦਰਮਾ ਦੇ ਅਵਤਾਰ ਦੀ ਗੱਲ ਆਉਂਦੀ ਹੈ ਉੱਥੇ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਦਾ ਵਰਣਨ ਕੀਤਾ ਸੀਗਾ
ਕਿ ਧਰਤੀ ਦੇ ਉੱਤੇ ਬੀਬੀਆਂ ਜਿਹੜੀਆਂ ਸੀ ਇਹ ਮਨੁੱਖਾਂ ਦਾ ਅਦਬ ਸਤਿਕਾਰ ਨਹੀਂ ਸੀ ਕਰਦੀਆਂ, ਕਿਉਂਕਿ ਇਹਨਾਂ ਦੇ ਮਨ ਦੇ ਵਿੱਚ ਔਲਾਦ ਪੈਦਾ ਕਰਨ ਦੀ ਭਾਵਨਾ ਨਹੀਂ ਸੀ। ਤੇ ਪਰਮੇਸ਼ਵਰ ਨੇ ਮਨੁੱਖਾਂ ਦੀ ਅਰਜ਼ੋਈ ਨੂੰ ਸੁਣ ਕੇ ਕਿ ਸਾਡਾ ਸਤਿਕਾਰ ਨਹੀਂ ਕਰਦੀਆਂ, ਚੰਦਰਮਾ ਨੂੰ ਪੈਦਾ ਕੀਤਾ, ਜਿਸ ਚੰਦਰਮਾ ਨੇ ਆਪਣੀਆਂ ਕਿਰਨਾਂ ਬਨਸਪਤੀ ਤੇ ਮਾਰੀਆਂ, ਜਿਨ੍ਹਾਂ ਵਿੱਚ ਰਸ ਪੈਦਾ ਹੋਇਆ। ਉਹ ਬਨਸਪਤੀ ਮਨੁੱਖਾਂ ਨੇ ਖਾਧੀ, ਜੀਵਾਂ ਨੇ, ਤੇ ਉਹ ਬਨਸਪਤੀ ਦੇ ਵਿੱਚੋਂ ਰਸ ਜਿਹੜਾ ਖਾਣ ਦੇ ਨਾਲ ਖੂਨ ਬਣ ਕੇ ਸੰਸਾਰ ਦੀ ਉਤਪਤੀ ਦਾ ਜੋ ਹੈ ਉਹ ਰਸ ਬਨਸਪਤੀ ਵਿੱਚ ਬਣਿਆ, ਤੇ ਜਿਸ ਦੇ ਕਾਰਨ ਕਰਕੇ ਅੱਗੇ ਸੰਸਾਰ ਦੀ ਉਤਪਤੀ ਜਿਹੜੀ ਹੈ ਉਹ ਹੋਣੀ ਸ਼ੁਰੂ ਹੋਈ। ਇਹ ਚੰਦਰਮਾ ਤੇ ਸੂਰਜ ਇਹ ਦੋ ਦੀਵੇ ਹਨ ਕਰਤੇ ਪੁਰਖ ਵਾਹਿਗੁਰੂ ਦੇ। ਇਸੇ ਪ੍ਰਕਾਰ ਮਨੁੱਖ ਹਨ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਇਹ ਪਰਮੇਸ਼ਵਰ ਨੇ ਜੋਤ ਰੱਖੀ ਹੋਈ ਹੈ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਬੜੇ ਹੀ ਪਿਆਰ ਦੇ ਨਾਲ ਇਹ ਸਮਝਾਇਆ ਸੀਗਾ, ਕਿਉਂਕਿ ਜਿਹੜੇ ਉੱਤਮ ਵਕਤੇ ਹੁੰਦੇ ਆ ਉਹ ਕੋਈ ਵੀ ਗੱਲ ਆਪਣੇ ਉੱਤੇ ਢੋ ਕੇ ਕਰਦੇ ਆ, ਆਪਣੇ ਆਪ ਨੂੰ ਨਿਸ਼ਾਨਾ ਰੱਖ ਕੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਬਾਚਨ ਕੀਤੇ, ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਨੇਤਰੋ ਹਰ ਤੁਮੈ ਜੋਤ, ਤੇਰੇ ਵਿੱਚ ਅੱਖਾਂ ਦੇ ਵਿੱਚ ਜੋਤ ਉਸ ਪਰਮੇਸ਼ਵਰ ਨੇ ਰੱਖੀ ਹੈ। ਕਿਸੇ ਪਾਸੇ ਵੀ ਦੇਖਣਾ ਹੈ ਤੇ ਹਰੀ ਪਰਮੇਸ਼ਵਰ ਨੂੰ ਜਾਣ ਕੇ ਹੀ ਦੇਖਣਾ ਹੈ, ਮੰਦ ਭਾਵਨਾ ਦੇ ਨਾਲ ਨਹੀਂ ਦੇਖਣਾ ਹੈ, ਕਿਉਂਕਿ ਜਿਤਨੀ ਵੀ ਸ੍ਰਿਸ਼ਟੀ ਹੈ ਇਹ ਸਾਰੀ ਪਰਮੇਸ਼ਵਰ ਦਾ ਹੀ ਸਰੂਪ ਹੈ। ਇਹੋ ਵੇ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਇਹ ਸਾਰਾ ਹਰੀ ਦਾ ਰੂਪ ਹੈ। ਸੋ ਇਸ ਵਾਸਤੇ ਇਹਨਾਂ ਗੁਰਮੁਖ ਜਨਾਂ ਨੇ, ਸਾਧੂਆਂ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੀ, ਗਰੀਬ ਨਵਾਜ ਇਹ ਨੇਤਰਾਂ ਦੇ ਵਿੱਚ ਜੋਤ ਹੈ, ਇਹ ਕਿਹਦੀ ਬਣਾਈ ਹੋਈ ਇਤਿਆਦਿਕ ਪ੍ਰਸ਼ਨ ਉੱਤਰ ਹੀ ਚੱਲ ਰਹੇ ਹੈ। ਸੱਚੇ ਪਾਤਸ਼ਾਹ ਮਹਾਰਾਜ ਨੂੰ ਇਹ ਸਾਧੂ ਮੰਡਲੀ ਜਿਹੜੀ ਹੈ ਇਹ ਬੇਨਤੀਆਂ ਕਰ ਰਹੇ ਨੇ, ਸਵਾਲ ਕਰ ਰਹੇ ਨੇ, ਤੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਇਹ ਸਾਧੂਆਂ ਦੀ ਜਮਾਤ ਨੂੰ ਗੁਰਮਤਿ ਆਸ਼ੇ ਅਨੁਸਾਰ ਉੱਤਰ ਦੇ ਰਹੇ ਹਨ। ਸੋ ਆਪ ਵੀ ਸੰਗਤ ਜੀ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਜੋ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਹੈ ਉਹ ਬਖਸ਼ਿਸ਼ ਨੂੰ ਸਰਦਾ ਭਾਵਨਾ ਦੇ ਨਾਲ ਸਰਵਣ ਕਰੀਏ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ ਚੌਪਈ, ਕੌਣ ਜਤਨ ਸੋ ਪਾਇਆ ਜਾਏ। ਇਹ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਉਹ ਜੋ ਐਸਾ ਪਰਮੇਸ਼ਵਰ ਹੈ ਜਿਹਦਾ ਵਰਣਨ ਆਪ ਜੀ ਨੇ ਕੀਤਾ ਹੈ, ਉਹ ਕਿਹੜੀ ਯੁਗਤੀ ਦੁਆਰਾ ਵਿਧੀ ਦੁਆਰਾ ਪ੍ਰਾਪਤ ਹੁੰਦਾ ਹੈ। ਸੋ ਸੋਧ ਦੇਹੋ ਹਮਕੋ ਸਮਝਾਏ। ਮਹਾਰਾਜ ਸਾਡੇ ਵਿੱਚ ਤਾਂ ਮਤ ਨਹੀਂ ਹੈ, ਤੇ ਆਪ ਕਿਰਪਾ ਕਰੋ ਸਾਨੂੰ ਸੋਝੀ ਬਖਸ਼ੋ, ਉਸ ਮਤ ਦੇ ਦੇਵੋ ਜਿਹਦੇ ਨਾਲ ਉਸ ਨਿਰੰਕਾਰ ਕਰਤੇ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋ ਸਕੇ। ਸ਼੍ਰੀ ਨਾਨਕ ਪੁਨ ਕੇਨ ਅਲਾਵਨ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਾਧੂਆਂ ਦੇ ਬਾਚਨ ਸੁਣੇ ਤੇ ਅੱਗੋਂ ਗਰੀਬ ਨਵਾਜ ਉਹ ਸਾਧੂ ਮੰਡਲੀ ਨੂੰ ਉੱਤਰ ਦੇਣ ਲੱਗੇ। ਕਹਿੰਦੇ ਹਨ, ਪੁਰਾਨ ਕੇਨੋ ਸ਼ਬਦ ਸੁਹਾਵਨ। ਨਾਲੇ ਇਹ ਜਿਹੜਾ ਸ਼ਬਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਚਾਰਨਾ ਸ਼ੁਰੂ ਕੀਤਾ ਸੀਗਾ ਉਹ ਸ਼ਬਦ ਦੀ ਸੰਪੂਰਨਤਾ ਕੀਤੀ ਹੈ। ਸੁਰ ਨਰ ਨਾਥ ਬੇਅੰਤ ਅਜੋ ਨੇ। ਇਸ ਤਰ੍ਹਾਂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਕਥਨ ਕਰਦੇ ਹੈ, ਸੁਰ ਦੇਵਤੇ ਨਰ ਮਨੁੱਖ ਔਰ ਬੇਅੰਤ ਉਹ ਕਰਤੇ ਪੁਰਖ ਵਾਹਿਗੁਰੂ ਦੇ ਯਾਦ ਵਿੱਚ ਜੁੜੇ ਹੋਏ ਹੈ। ਪਰ ਉਹ ਕਰਤਾ ਜਿਹੜਾ ਅਜੋਨੀ ਜੂਨਾ ਤੋਂ ਰਹਿਤ ਹੈ।
ਸਾਚੈ ਮਹਲ ਅਪਾਰਾ। ਉਹਦਾ ਜਿਹੜਾ ਮਹਿਲ ਹੈ, ਰਹਿਣ ਦਾ ਥਾਂ ਹੈ, ਉਹ ਵੀ ਸੱਚਾ ਹੈ। ਆਪ ਕਰਤਾ ਜੋਨੀਆਂ ਤੋਂ ਰਹਿਤ ਹੈ, ਉਹਦੇ ਰਹਿਣ ਦੀ ਜਗ੍ਹਾ ਵੀ ਸੱਚੀ ਹੈ। ਇਸੀ ਕਰਕੇ ਸਾਧ ਸੰਗਤ ਜੀ, ਕਰਤੇ ਪੁਰਖ ਵਾਹਿਗੁਰੂ ਦੇ ਘਰ ਨੂੰ ਸੱਚਖੰਡ ਕਿਹਾ ਜਾਂਦਾ ਹੈ। ਖੰਡ, ਟੁਕੜਾ, ਹਿੱਸਾ, ਉਹ ਸੱਚ ਦਾ ਹਿੱਸਾ ਜਿੱਥੇ ਸੱਚੇ ਕਰਤੇ ਦਾ ਵਾਸਾ ਹੈ। ਇਸ ਵਾਸਤੇ ਉਹਦਾ ਮਹਿਲ, ਰਹਿਣ ਦੀ ਜਗ੍ਹਾ ਜੋ ਹੈ, ਸੋ ਅਲੱਗ-ਅਲੱਗ ਵਿਦਵਾਨਾਂ ਦੇ ਵਿਚਾਰ ਹੈ। ਇੱਕ ਤਾਂ ਸੰਸਾਰ ਦੇ ਵਿੱਚ ਪਰਮੇਸ਼ਵਰ ਨੂੰ ਮੰਨਿਆ ਜਾਂਦਾ ਹੈ, ਇੱਕ ਗੁਰੂ ਕੀ ਸੰਗਤ ਦੇ ਵਿੱਚ ਉਸ ਕਰਤੇ ਪੁਰਖ ਵਾਹਿਗੁਰੂ ਨੂੰ ਮੰਨਿਆ ਜਾਂਦਾ ਹੈ। ਇੱਕ ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ। ਇਸੇ ਤਰ੍ਹਾਂ ਗੁਰੂ ਕੀ ਸੰਗਤ ਜੀ ਸਾਰਿਆਂ ਹਿਰਦਿਆਂ ਦੇ ਵਿੱਚ ਉਹ ਕਰਤੇ ਦਾ ਵਾਸਾ ਮੰਨਿਆ ਜਾਂਦਾ। ਇਹ ਪੰਜ ਜਗ੍ਹਾ ਉਸ ਪਰਮੇਸ਼ਵਰ ਦੇ ਰਹਿਣ ਦੀਆਂ ਮੰਨੀਆਂ ਜਾਂਦੀਆਂ। ਪੰਜ ਸੱਚ ਦੇ ਖੰਡ ਹਨ, ਪੰਜ ਸੱਚ ਦੇ ਹਿੱਸੇ ਹਨ। ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਇਹੋ ਵੇ ਸੰਸਾਰ ਤੁਮ ਦੇਖਦੇ। ਇਸੀ ਪ੍ਰਕਾਰ ਸੋ ਉਹਦਾ ਮਹਿਲ, ਉਹਦੇ ਰਹਿਣ ਦੀ ਜਗ੍ਹਾ ਜਿਹੜੀ ਸੱਚਖੰਡ ਹੈ, ਉਹ ਵੀ ਸੱਚੀ ਹੈ, ਜਿੱਥੇ ਉਹ ਰਹਿੰਦਾ ਹੈ। ਨਾਨਕ ਸਹਿਜ ਮਿਲੇ ਜਗ ਜੀਵਨ। ਸੋ ਜਗਤ ਨੂੰ ਜੀਵਨ ਦੀਆਂ ਦਾਤਾਂ ਦੇਣ ਵਾਲਾ ਮਿਲਦਾ ਕਿਵੇਂ, ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਸੱਚੇ ਪਾਤਸ਼ਾਹ ਕਹਿੰਦੇ ਸਹਿਜ ਅਵਸਥਾ ਦੇ ਨਾਲ। ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਚਤਰਾਈਆਂ ਦੇ ਨਾਲ ਨਹੀਂ ਹੋ ਮਿਲਦਾ ਵਾਹਿਗੁਰੂ। ਭੋਲੇ ਭਾਏ ਮਿਲੇ ਰਗ ਰਾਇਆ, ਭੋਲੇ ਭਾਏ ਸੁਤੇ ਸਿੱਧ, ਉਹਦੇ ਚਰਨਾਂ ਤੇ ਢਹਿ ਪਵੋ ਤੇ ਸੁਧ ਹਿਰਦੇ ਦੇ ਨਾਲ ਉਹਨੂੰ ਯਾਦ ਕਰੋ ਤੇ ਭੋਲੇ ਭਾਅ ਦੇ ਵਿੱਚ ਸਹਿ ਸੁਤੇ ਪ੍ਰਕਾਸ਼ ਉਸ ਪਰਮੇਸ਼ਵਰ ਦੀ ਪ੍ਰਾਪਤੀ ਹੁੰਦੀ ਹੈ। ਨਦਰ ਕਰੋ ਨਿਸਤਾਰਾ। ਤੇ ਉਹ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਨਿਰੰਕਾਰ ਜੀ ਮਿਹਰ ਦੀ ਨਿਗਾਹ ਕਰਦੇ ਆ ਜਿਹਦੇ ਉੱਪਰ, ਤੇ ਉਹਦਾ ਨਿਸਤਾਰਾ ਹੁੰਦਾ, ਉਹਦਾ ਪਾਰ ਉਤਾਰਾ ਹੁੰਦਾ। ਜਦ ਤੱਕ ਉਹ ਨਿਗਾਹ ਨਹੀਂ ਕਰਦੇ ਮਿਹਰ ਦੀ, ਜਿੰਨੀਆਂ ਮਰਜ਼ੀ ਕੋਈ ਮਾਲਾ ਫੇਰੀ ਜਾਵੇ, ਜਿੰਨੇ ਮਰਜ਼ੀ ਕੋਈ ਹੋਰ ਕਾਰਜ ਕਰੀ ਜਾਵੇ, ਉਹਦੀ ਪ੍ਰਾਪਤੀ ਨਹੀਂ ਹੁੰਦੀ। ਜਦ ਉਹਦੀ ਮਿਹਰ ਹੁੰਦੀ ਹੈ ਤੇ ਸੁਤੇ ਪ੍ਰਕਾਸ਼ ਸਹਿਜ ਅਵਸਥਾ ਦੇ ਵਿੱਚ ਸਹਿਜੇ ਹੀ ਨਿਰੰਕਾਰ ਦੀ ਪ੍ਰਾਪਤੀ ਹੋ ਜਾਂਦੀ ਹੈ। ਦੋਹਰਾ ਬੇਸ਼ੁਮਾਰ ਸੁਰ ਨਰਨ ਪਤ, ਮੰਦਰ ਜਾਹੇ ਅਪਾਰ। ਉਹ ਕਰਤਾ ਪੁਰਖ ਵਾਹਿਗੁਰੂ ਜਿਹੜਾ ਨਰਾਂ ਦਾ ਪਤੀ ਹੈ, ਜਿਹਦਾ ਮੰਦਰ ਅਪਾਰ ਬੇਅੰਤੋਂ ਬੇਅੰਤ ਹੈ, ਤੇ ਉਹ ਬੇਸ਼ੁਮਾਰ, ਉਹ ਗਿਣਤੀਆਂ ਮਿਣਤੀਆਂ ਤੋਂ ਉੱਪਰ ਹੈ। ਦੇਵਤਿਆਂ ਵਿੱਚ ਵੀ ਵਸਦਾ ਹੈ, ਮਨੁੱਖਾਂ ਵਿੱਚ ਵੀ ਵਸਦਾ ਹੈ, ਦੈਂਤਾਂ ਵਿੱਚ, ਸਾਰੇ ਜੀਵਾਂ ਦੇ ਵਿੱਚ ਵਸ ਰਿਹਾ ਹੈ। ਸਹਿਜ ਭਾਏ ਸੋ ਮਿਲਤ ਹੈ, ਤੇ ਨਦਰੇ ਨਿਸਤਾਰ। ਤੇ ਜਿਹਦੇ ਉੱਤੇ ਕਿਰਪਾ ਕਰ ਦਿੰਦਾ ਕਰਤਾ ਪੁਰਖ ਵਾਹਿਗੁਰੂ, ਮਿਹਰ ਕਰ ਦਿੰਦਾ ਹੈ, ਤੇ ਉਹਨੂੰ ਸਹਿਜ ਭਾਏ ਸਹਿਜੇ ਹੀ ਪ੍ਰਾਪਤੀ ਹੋ ਜਾਂਦੀ ਹੈ। ਬਹੁਤਾ ਸਮਾਂ ਨਹੀਂ ਲੱਗਦਾ ਹੈ। ਝਟਪਟ ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਝਟਪਾਟੀ। ਗਨਕਾਂ ਵੇਸ਼ਿਆ ਦਾ ਕਾਰਜ ਕਰਨ ਵਾਲੀ, ਪਤਿਤ ਕਰਮ ਕਰਨ ਵਾਲੀ, ਤੇ ਸਾਧੂਆਂ ਨੇ ਝਟ ਕਿਰਪਾ ਕਰਤੀ, ਤੋਤਾ ਦੇਤਾ। ਰਾਮ ਰਾਮ ਜਪਦੀ ਹੋਈ ਦਾ ਭਾਲਾ ਹੋ ਗਿਆ, ਕਿਉਂਕਿ ਮੀਂਹ ਪੈਂਦਾ ਸੀਗਾ ਬਹੁਤ ਜ਼ੋਰਾਂ ਦੀ। ਸਾਧੂਆਂ ਦੀ ਜਮਾਤ ਜਾ ਰਹੀ ਸੀਗੀ, ਤੇ ਚਵਾਰਾ ਵੇਸਵਾ ਦਾ ਥੱਲੇ ਬਰਾਂਡਾ ਬਣਿਆ ਹੋਇਆ, ਉਹਦੇ ਵਿੱਚ ਖਲੋ ਗਏ। ਉਹ ਬਰਾਂਡੇ 'ਚ ਵਾਛੜ ਆਵੇ, ਕਹਿਣ ਲੱਗੇ ਉੱਪਰ ਚਵਾਰੇ ਚਲ ਜਾਂਦੇ ਆ। ਉੱਤੇ ਚਲੇ ਗਏ। ਸਰਦੀਆਂ ਦੀ ਰੁੱਤ ਸੀ। ਉਹ ਬੀਬੀ ਨੇ ਕਰਮ ਉਹਦੇ ਜਾਗੇ, ਅੰਗੀਠੀ ਤਾ ਕੇ ਤੇ ਨਿੱਘ ਦਵਾਇਆ ਸਾਧੂਆਂ ਨੂੰ। ਤੇ ਇਸ ਤਰ੍ਹਾਂ ਉਹ ਫਿਰ ਜਾਣ ਲੱਗੇ, ਤੋਤਾ ਦੇ ਗਏ ਆਪਦਾ। ਕਹਿਣ ਲੱਗੇ ਪੁੱਤਰੀ ਤੂੰ ਇਹਨੂੰ ਨਾ ਰਾਮ ਰਾਮ ਜਪਾਇਆ ਕਰੀ, ਤੇ ਜਦੋਂ ਕਿਤੇ ਸਮਾਂ ਮਿਲਿਆ ਲੈ ਜਾਵਾਂਗੇ। ਉਹ ਰਾਮ ਰਾਮ ਜਪਾਉਂਦੀ ਰੋਜ਼ ਹੀ। ਪਾਪ ਕਰਮ ਤਾਂ ਉਹਦਾ ਕਰਮ ਸੀਗਾ, ਉਹਦਾ ਰੁਜ਼ਗਾਰ ਦਾ। ਸਵੇਰੇ ਹੀ ਉੱਠਣਾ ਤੇ ਰਾਮ ਰਾਮ ਤੋਤੇ ਨੂੰ ਜਪਾਉਣਾ, ਬੋਲ ਗੰਗਾ ਰਾਮ ਰਾਮ ਰਾਮ। ਤੇ ਉਹ ਇਹੋ ਜਿਹਾ ਗਿੱਝਿਆ ਰਾਤ ਤੋਤਾ ਸੀਗਾ, ਜਿਹਦੇ ਖੰਭਾਂ ਤੇ ਲਾਲੀ ਦੇ ਟਿਮਕਣੇ ਹੁੰਦੇ ਆ, ਤੇ ਗਲ ਵਿੱਚ ਗਾਨੀ ਹੁੰਦੀ ਹੈ ਲਾਲ। ਉਹ ਛੇਤੀ ਨਸਲ ਸਿੱਖ ਜਾਂਦੀ। ਅੱਜ ਤੋਤਾ ਬੋਲਦਾ ਨਹੀਂ ਹੈ। ਨਿਮਖ ਮਾਹੇ ਨਿਸਤਾਰਾ ਬਾਜਾਂ ਦਿੰਦੀ ਹੈ, ਗੰਗਾ ਰਾਮਾ ਬੋਲ ਰਾਮ ਰਾਮ। ਉਹ ਚੁੱਪ ਕੀਤਾ ਹੋਇਆ, ਬੋਲਦਾ ਨਹੀਂ ਹੈ। ਉਹਨੇ ਕਿਹਾ ਹੋ ਸਕਦਾ ਸੌਂ ਗਿਆ ਹੋਵੇ, ਜਾਨਵਰ ਹੈ,
ਹੱਥ ਮਾਰ ਕੇ ਠਾਉਣੀ ਆ। ਉਦੋਂ ਕਿਹੜੀਆਂ ਲਾਈਟਾਂ ਸੀ, ਬਲਬ ਸੀਗੇ, ਆ ਦੀਵੇ ਲੱਗਿਆ ਕਰਦੇ ਸੀਗੇ। ਤੇ ਉਹਨੇ ਨਾ ਹੱਥ ਮਾਰਿਆ ਤੋਤੇ ਨੂੰ, ਹੱਥ ਮਾਰਿਆ ਤੇ ਅੱਗੇ ਸੰਗਤ ਜੀ ਤੋਤੇ ਦੇ ਪਿੰਜਰੇ ਦੇ ਵਿੱਚ ਸੱਪ ਸੀਗਾ ਬੜਾ ਜ਼ਹਿਰੀਲਾ, ਜਿਹਨੇ ਤੋਤੇ ਨੂੰ ਡਸ ਕੇ ਮਾਰਿਆ ਹੋਇਆ ਸੀਗਾ। ਜਦ ਗਨਕਾਂ ਨੇ ਹੱਥ ਮਾਰਿਆ ਤੋਤੇ ਨੂੰ, ਸੱਪ ਤੇ ਵੱਜਾ, ਉਹਨੇ ਅੱਗੋਂ ਡੰਗ ਮਾਰਿਆ, ਜ਼ਹਿਰ ਚੜ੍ਹ ਗਈ ਗਨਕਾਂ ਨੂੰ। ਪਰ ਉਸੇ ਹੀ ਨਸ਼ੇ ਦੇ ਵਿੱਚ ਬੋਲ ਗੰਗਾ ਰਾਮਾ ਰਾਮ ਰਾਮ, ਬੋਲ ਗੰਗਾ ਰਾਮਾ, ਉਹ ਰਾਮ ਰਾਮ ਕਰਦੀ ਵਿਚਾਰੀ ਨੇ ਸਵਾਸ ਤਿਆਗ ਦਿੱਤੇ ਤੇ ਉਹਦੇ ਤੇ ਭਲਾ ਹੋ ਗਿਆ। ਸਾਧੂਆਂ ਦੀ ਸੰਗਤ ਹੋਣ ਦੇ ਨਾਲ ਇੱਕ ਨਿਮਖ ਦੇ ਵਿੱਚ ਹੀ ਇਹੋ ਜਿਹਾ ਰੱਟ ਲੱਗੀ ਰਾਮ ਨਾਮ ਦੀ ਤੇ ਉਹਦਾ ਪਾਰ ਉਤਾਰਾ ਹੋ ਗਿਆ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਜੀ 'ਤੇ ਕਿਰਪਾ ਕਰਦੇ ਹੈ ਤੇ ਸੁਤੇ ਸਿੱਧ ਬੜੇ ਸਹਿਜ ਅਵਸਥਾ ਦੇ ਵਿੱਚ ਹੀ ਉਸ ਨੂੰ ਸੱਚੇ ਮਹਿਲ ਨਿਰੰਕਾਰ ਦੇ ਸੱਚੇ ਘਰ ਦੀ ਪ੍ਰਾਪਤੀ ਹੋ ਜਾਂਦੀ ਹੈ। ਚਉਪਈ ਸੰਤਨ ਸੁਨ ਕਰ ਬਾਚੇ ਸਪਾਂਤੇ। ਇਹ ਵਚਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਧੂਆਂ ਨੇ ਸੁਣੇ। ਨਸਿਓ ਪਾਰਮ ਉਪਜੇ ਮਨ ਸ਼ਾਂਤੇ। ਜਿਹੜਾ ਮਨ ਦੇ ਵਿੱਚ ਭਰਮ ਪਿਆ ਹੋਇਆ ਸੀਗਾ ਉਹ ਸਾਰਾ ਦੂਰ ਹੋ ਗਿਆ, ਮਨ ਜਿਹੜਾ ਹੈ ਸ਼ਾਂਤ ਹੋ ਗਿਆ, ਟਿਕਾਓ ਵਿੱਚ ਆ ਗਿਆ। ਹਾਥ ਜੋਰ ਪਦ ਬੰਧਨ ਕਰਹਿ। ਹੱਥ ਜੋੜ ਕੇ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੇ। ਬਾਰ ਬਾਰ ਬਹੁ ਬਿਨੈ ਉਚਰਹਿ। ਅਤੇ ਵਾਰ-ਵਾਰ ਬੇਨਤੀਆਂ ਕੀਤੀਆਂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਨੂੰ। ਤੁਮ ਪਰਮੇਸ਼ਰ ਕੋ ਅਵਤਾਰਾ। ਇਹ ਸੱਚੇ ਪਾਤਸ਼ਾਹ ਮਹਾਰਾਜ ਆਪ ਨਿਰੰਕਾਰ ਦੇ ਸਹੀ ਅਵਤਾਰ ਹੋ। ਨਰਨ ਉਧਾਰਨ ਕੋ ਤਨ ਧਾਰਾ। ਇਹ ਮਾਤ ਲੋਕ ਦੇ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਜੀਵਾਂ ਨੂੰ ਤਾਰਨ ਵਾਸਤੇ ਸੱਚੇ ਪਾਤਸ਼ਾਹ ਆਪ ਜੀ ਨੇ ਮਾਤ ਲੋਕ ਦੇ ਅਵਤਾਰ ਧਾਰਿਆ ਹੈ। ਹਮਕੋ ਦੂਜੇ ਨਾਹੀ ਥਾਓ। ਮਹਾਰਾਜ ਤੁਹਾਡੇ ਤੋਂ ਬਿਨਾ ਸਾਨੂੰ ਹੋਰ ਕੋਈ ਆਸਰਾ ਨਹੀਂ ਹੈ। ਕਰਹੁ ਮੁਕਤ ਦੇ ਆਪਣਾ ਨਾਓ। ਮਹਾਰਾਜ ਮਿਹਰ ਕਰ ਦੇਵੋ, ਕਿਰਪਾ ਕਰ ਦੇਵੋ, ਉਹ ਨਾਮ ਦੀ ਦਾਤ ਦੇਵੋ ਜਿਹੜੇ ਨਾਮ ਨੂੰ ਜਪਣ ਦੇ ਨਾਲ ਸੱਚੇ ਪਾਤਸ਼ਾਹ ਸਾਨੂੰ ਮੁਕਤੀ ਮਿਲ ਜਾਵੇ, ਬੰਧਨਾਂ ਤੋਂ ਮੁਕਤ ਹੋ ਜਾਈਏ। ਬਹੁ ਦਿਨ ਹਮ ਭਰਮਤ ਜਾਗ ਫਿਰੇ। ਮਹਾਰਾਜ ਬੜਾ ਸਮਾਂ ਹੋ ਗਿਆ ਧੱਕੇ ਖਾਂਦੇ ਫਿਰਦੇ ਆ ਸੰਸਾਰ ਤੇ, ਕਦੀ ਕਿੱਥੇ ਜਾਂਦੇ ਆ ਕਦੀ ਕਿੱਥੇ ਜਾਂਦੇ ਆ। ਅਬ ਨਿਸ਼ਚੈ ਕਰ ਤੁਮ ਗੁਰ ਕਰੇ। ਇਹ ਮਹਾਰਾਜ ਅਸੀਂ ਨਿਰਣਾ ਕਰ ਲਿਆ, ਸਾਨੂੰ ਭਰੋਸਾ ਹੋ ਗਿਆ ਭਈ ਤੁਹਾਡੇ ਤੋਂ ਬਿਨਾ ਹੁਣ ਸਾਡਾ ਸੰਸਾਰ ਦੇ ਵਿੱਚ ਦੂਸਰਾ ਆਸਰਾ ਕੋਈ ਨਹੀਂ ਹੈ। ਇਸ ਕਰਕੇ ਅਸੀਂ ਮਨ ਬਾਣੀ ਸਰੀਰ ਕਰਕੇ ਆਪ ਜੀ ਨੂੰ ਆਪਣਾ ਗੁਰੂ ਮੰਨ ਲਿਆ ਹੈ। ਸ਼ਰਨ ਪਰੇ ਕੇ ਰਾਖੋ ਸੁਆਮੀ। ਇਹ ਗਰੀਬ ਨਵਾਜ ਕਿਰਪਾ ਕਰੋ, ਤੁਹਾਡੀ ਸ਼ਰਨ ਵਿੱਚ ਆਏ ਹੋਏ ਆ ਤੇ ਸ਼ਰਨ ਆਇਆਂ ਦੀ ਲਾਜ ਰੱਖੋ। ਹਮ ਸਦੇਵ ਤੁਮਰੇ ਅਨੁਗਾਮੇ। ਇਹ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਅਸੀਂ ਸਦੀਵ ਕਾਲ ਤੁਹਾਡੇ ਹੁਕਮ ਦੇ ਵਿੱਚ ਜਿਵੇਂ ਵੀ ਹੁਕਮ ਕਰੋ ਉਸੇ ਤਰ੍ਹਾਂ ਹੀ ਮਹਾਰਾਜ ਚੱਲਾਂਗੇ। ਦੋਹਰਾ ਸ਼੍ਰੀ ਨਾਨਕ ਤਿਨ ਪ੍ਰਾਤ ਕਹਿਓ ਧਰ ਸ਼ਰਧਾ ਦਿਨ ਰਾਇਨ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸੰਤ ਜੀ ਜੇ ਤੁਹਾਡਾ ਮਨ ਇੱਥੇ ਟਿਕਿਆ ਹੋਇਆ ਹੈ ਤੇ ਫਿਰ ਸਾਡਾ ਇਹ ਬਚਨ ਹਿਰਦੇ ਦੇ ਵਿੱਚ ਘੁੱਟ ਕੇ ਬੰਨ੍ਹ ਲਵੋ, ਸੰਭਾਲ ਲਵੋ। ਉਹ ਬਚਨ ਇਹ ਹੈ ਪਰਮੇਸ਼ਵਰ ਦੇ ਉੱਤੇ ਸਰਧਾ ਰੱਖਣੀ ਹੈ, ਸਰਧਾ ਤੋਂ ਹੀਣੇ ਨਹੀਂ ਹੋਣਾ ਹੈ। ਵਾਹਿਗੁਰੂ ਸਿਮਰਨ ਕਰਹੁ ਹੋਵਹੁ ਮੁਖ ਸੁਖਾਨ। ਅਤੇ ਵਾਹਿਗੁਰੂ ਮੰਤਰ ਦਾ ਜਾਪ ਬਹਿੰਦਿਆਂ ਉੱਠਦਿਆਂ ਖਾਂਦਿਆਂ ਪੀਂਦਿਆਂ ਹੱਸਦਿਆਂ ਖੇਡਦਿਆਂ ਦੁਨੀਆ ਦੇ ਕੰਮ ਵੀ ਕਰਦਿਆਂ ਹੱਥ ਕਾਰ ਵੱਲੇ ਦਿਲ ਯਾਰ ਵੱਲੇ ਪਰਮੇਸ਼ਵਰ ਦਾ ਸਿਮਰਨ ਹਰ ਸਮੇਂ ਕਰਦੇ ਰਹਿਣਾ। ਵਾਹਿਗੁਰੂ ਮੰਤਰ ਦਾ ਜਾਪ ਜੇ ਕਾਰਜ ਕਰੋਗੇ ਤੇ ਸਾਰਾ ਤੁਹਾਡਾ ਜੀਵਨ ਸਫਲਾ ਹੋ ਜਾਵੇਗਾ। ਚਉਪਈ ਇਸ ਪ੍ਰਕਾਰ ਤਿਨ ਦੇ ਉਪਦੇਸ਼ਾ। ਐਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਉਹਨਾਂ ਸਾਧੂਆਂ ਨੂੰ ਉਪਦੇਸ਼ ਦਿੱਤਾ। ਕੇਨ ਗਾਮਨ ਆਗੇ ਜਗਤੇਸ਼ਾ। ਐਂ ਜਗਤ ਦੇ ਮਾਲਕ ਸਾਰੀ ਸ੍ਰਿਸ਼ਟੀ ਦੇ ਰਚਨਹਾਰੇ ਕਰਤੇ ਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਚੱਲ ਪਏ। ਤਿਨ ਸੰਤਨ ਕਰ ਹਿਰਦੇ ਉਮੰਗਾ। ਬਹੁਤ ਚਾਉ ਹੈ ਸਾਧੂਆਂ ਦੇ ਮਨ ਦੇ ਵਿੱਚ, ਸਤਿਗੁਰਾਂ ਦੇ ਦਰਸ਼ਨ ਕਰਨ ਦੇ ਨਾਲ, ਸਤਿਗੁਰਾਂ ਦੇ ਨਾਲ ਬਚਨ ਕਰਨ ਦੇ ਨਾਲ ਮਨ ਵਿੱਚ ਚਾਉ ਚੜਿਆ ਪਿਆ ਇਹਨਾਂ ਸੰਤਾਂ ਦੇ। ਸ਼੍ਰੀ ਸਤਿਗੁਰ ਕੇ ਗਮਨੇ ਸੰਗਾ। ਤੇ ਐਸਾ ਪਿਆਰ ਪੈ ਗਿਆ ਮਹਾਰਾਜ ਤੋਂ ਵਿਛੜਨ ਨੂੰ ਹੀ ਦਿਲ ਨਹੀਂ ਕਰਦਾ ਹੈ। ਗਰੀਬ ਨਵਾਜ ਪਾਤਸ਼ਾਹ ਦੇ ਨਾਲ ਹੀ ਚੱਲ ਪਏ ਸਾਧੂ।
ਮਾਰਗ ਬਿਖੈ ਜਾਤ ਗੁਣ ਖਾਨੇ। ਇਸ ਤਰ੍ਹਾਂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਚਲੇ ਜਾ ਰਹੇ ਹਨ। ਕਹਿਣ ਲਗੇ ਮੁਝ ਸੋ ਅਸ ਬਾਨੇ। ਤਾਂ ਬਾਬਾ ਬਾਲਾ ਜੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੂੰ ਇਹ ਬਚਨ ਸੁਣਾ ਰਹੇ ਹੈ। ਕਹਿੰਦੇ ਧੰਨ ਗੁਰੂ ਅੰਗਦ ਪਾਤਸ਼ਾਹ ਗਰੀਬ ਨਵਾਜ, ਰਸਤੇ ਵਿੱਚ ਜਾਂਦਿਆਂ ਜਾਂਦਿਆਂ ਮੈਨੂੰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਲਾਲੋ ਹੈ ਬਹੁ ਮੀਤ ਹਮਾਰਾ। ਭਾਈ ਬਾਲਾ, ਭਾਈ ਲਾਲੋ ਜੀ ਸਾਡੇ ਪਰਮ ਮਿੱਤਰ ਹਨ, ਚਲੋ ਮਿਲ ਅਬ ਤਾਹੇ ਸੰਘਾਰਾ। ਤੇ ਆਪਾਂ ਨਾ ਹੁਣ ਚੱਲੀਏ ਭਾਈ ਲਾਲੋ ਨੂੰ ਚੱਲ ਕੇ ਮਿਲ ਗਏ। ਭਾਈ ਉਹਦੇ ਨਾਲ ਸਾਡਾ ਪਿਆਰ ਬੜਾ ਹੈ। ਭਾਈ ਲਾਲੋ ਜੀ ਯਾਦ ਕਰਦੇ ਐ, ਉਹਨਾਂ ਨੂੰ ਜਾ ਕੇ ਦਰਸ਼ਨ ਦਈਏ, ਮਿਲਾਪ ਕਰੀਏ। ਬਹੁਤ ਦਿਵਸ ਬੀਤੇ ਤੇਹ ਦੇਖੇ। ਕਿਉਂਕਿ ਕਈ ਦਿਨ ਹੋ ਗਏ ਐ ਭਾਈ ਲਾਲੋ ਜੀ ਨੂੰ ਮਿਲਿਆ ਹੋਇਆਂ ਨੂੰ। ਨਗਰ ਏਮਨਾਬਾਦ ਬਿਸ਼ੇਖੇ। ਏਮਨਾਬਾਦ ਸੋਹਣਾ ਸੁੰਦਰ ਨਗਰ ਜਿੱਥੇ ਭਾਈ ਲਾਲੋ ਜੀ ਰਹਿੰਦੇ ਹਨ। ਕਹਿ ਬਾਚ ਗਮਨਤ ਗੁਰੂ ਅਗਾਰੇ। ਐਂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਇਹ ਬਾਚਨ ਕਹਿ ਕੇ ਬਾਬੇ ਬਾਲੇ ਜੀ ਨੂੰ ਆਪ ਸੱਚੇ ਪਾਤਸ਼ਾਹ ਜੀ ਅੱਗੇ ਲਾ ਕੇ ਚੱਲ ਪਏ। ਏਮਨਾਬਾਦ ਨੂੰ ਚਾਲੇ ਪਾ ਦਿੱਤੇ। ਹਮ ਫਕੀਰ ਸਭ ਚਲ ਹੈ ਪਿਛਾਰੇ। ਤੇ ਬਾਬਾ ਬਾਲਾ ਜੀ ਦੱਸ ਰਹੇ, ਮਹਾਰਾਜ ਮੈਂ ਭਾਈ ਮਰਦਾਨਾ ਤੇ ਇਹ ਸਾਰੀ ਫਕੀਰਾਂ ਸਾਧੂਆਂ ਦੀ ਮੰਡਲੀ ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪਿੱਛੇ ਲਾ ਕੇ ਚੱਲ ਪਏ। ਮੰਦ ਮੰਦ ਗਾਤ ਸੁੰਦਰ ਭਾਰੇ। ਐ ਸੱਚੇ ਪਾਤਸ਼ਾਹ ਬੜੇ ਪਿਆਰ ਨਾਲ ਆਸਤਾ ਆਸਤਾ ਚਲੇ ਜਾ ਰਹੇ ਐ। ਬੇਗਸਾਤ ਬੋਲਤ ਕਰਤ ਵਿਚਾਰੇ। ਕਈ ਵਾਰ ਸੱਚੇ ਪਾਤਸ਼ਾਹ ਜੀ ਸੋਹਣੇ ਬਚਨ ਸਾਨੂੰ ਸੁਣਾਉਂਦੇ, ਪਿਆਰ ਭਰੇ ਬਚਨਾਂ ਦੇ ਨਾਲ ਸਾਨੂੰ ਨਿਹਾਲ ਕਰੀ ਜਾ ਰਹੇ ਤੇ ਨਾਲ ਚਲੇ ਜਾ ਰਹੇ ਹਨ। ਬਿਨ ਸ਼ਰਮ ਸਰਬ ਪੰਧ ਕੋ ਛੋਰੇ। ਕੋਈ ਥਕਾਵਟ ਨਹੀਂ ਹੋਈ। ਐਸਾ ਮਹਾਰਾਜ ਨੇ ਕਿਰਪਾ ਕੀਤੀ, ਪਿਆਰ ਦੇ ਬਚਨ ਸੁਣਾਉਂਦੇ ਜਾਂਦੇ, ਜਿਨ੍ਹਾਂ ਬਚਨਾਂ ਨੂੰ ਸੁਣਨ ਦੇ ਨਾਲ ਪਤਾ ਹੀ ਨਹੀਂ ਲੱਗਿਆ ਹੈ ਸਰੀਰ ਨੂੰ ਥਕਾਵਟ ਕੀ ਹੁੰਦੀ ਹੈ ਜਾਂ ਸਫ਼ਰ ਕੀ ਹੁੰਦਾ ਹੈ। ਦੀਨਾਨਾਥ ਗਏ ਤੇ ਹਠਾਵਰੇ। ਇਹ ਐਂ ਗਰੀਬਾਂ ਅਨਾਥਾਂ ਨਿਮਾਣਿਆਂ ਦਾ ਮਾਣ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਏਮਨਾਬਾਦ ਪਹੁੰਚ ਗਏ। ਨਗਰ ਏਮਨਾਬਾਦ ਪਹੁੰਚੇ। ਐਂ ਸੋਹਣੀ ਨਗਰੀ ਏਮਨਾਬਾਦ ਦੀ ਜਾ ਚਰਨ ਪਾਏ ਸੱਚੇ ਪਾਤਸ਼ਾਹ ਜੀ ਨੇ। ਬੈਠੇ ਵਹਿਰ ਸਥਲ ਪੇਖ ਉੱਚੇ। ਨਗਰ ਤੋਂ ਬਾਹਰ ਇੱਕ ਸੋਹਣੀ ਸੁੰਦਰ ਉੱਚੀ ਜਗ੍ਹਾ ਦੇਖ ਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਡੇਰਾ ਕਰ ਦਿੱਤਾ। ਚਾਹੁ ਦੇਸ਼ ਸੋਹਤ ਭਏ ਫਕੀਰਾ। ਤੇ ਉਹ ਜਿਹੜੇ ਸਾਧੂ ਮੰਡਲੀ ਸੀ, ਫਕੀਰ ਸੀਗੇ, ਸੱਚੇ ਪਾਤਸ਼ਾਹ ਮਹਾਰਾਜ ਦੇ ਚਾਰ ਚਫੇਰੇ ਹੋ ਕੇ ਬੈਠ ਗਏ। ਵਿੱਚ ਬਿਰਾਜ ਹੈ ਗੁਨੇ ਗਹਿਰਾ। ਤੇ ਵਿਚਕਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਕੀਰਾਂ ਨੂੰ ਦਰਸ਼ਨ ਦੇਣ ਲੱਗੇ। ਰੋੜਨ ਕੋ ਚੌਤਰਾ ਬਣਾਇਓ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕੈਸੀ ਕਿਰਪਾ ਕੀਤੀ ਹੈ, ਰੋੜਾਂ ਦਾ ਉਹ ਤਖਤ ਬਣਾ ਲਿਆ, ਉੱਚਾ ਚਬੂਤਰਾ ਬਣਾ ਕੇ ਉਹਦੇ ਉੱਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਬੈਠੇ ਸਜੇ ਹੋਏ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਇਸ ਸਮੇਂ ਨੂੰ ਸੋਹਣਾ ਕਲਮਬੰਦ ਕੀਤਾ ਹੈ। ਅਕਪਤ ਆਹਾਰ ਕਾ ਰੋੜਾਂ ਦੀ ਗੁਰ ਸੇਜ ਵਿਛਾਈ। ਸੋ ਕੀ ਖਾਣਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ। ਅੱਕਾਂ ਦੀਆਂ ਕਰੂੰਬਲੀਆਂ ਖਾ ਲੀਆਂ, ਅੱਕਾਂ ਦੇ ਟੂਸੇ ਖਾ ਲਏ, ਭਾਈ ਮਰਦਾਨੇ ਨੂੰ ਛਕਾ ਲਏ। ਅੰਬਾਂ ਤੇ ਅਨਾਰਾਂ ਦਾ ਸਵਾਦ ਆਉਂਦਾ ਅੱਕ ਦੇ ਵਿੱਚੋਂ, ਜੋ ਜ਼ਹਿਰ ਕਰਕੇ ਮੰਨਿਆ ਜਾਂਦਾ। ਅੱਕ ਤੇ ਰੇਤ, ਤੇ ਉਹ ਰੇਤ ਭਾਵ ਮਿੱਟੀ ਤੋਂ ਨਹੀਂ ਮੰਨ ਕੇ ਰੇਤ ਰੰਚਕ ਮਾਤਰ ਥੋੜ੍ਹਾ ਜਿਹਾ ਅੱਕ ਦੀ ਕਰੂੰਬਲੀ ਮੂੰਹ ਵਿੱਚ ਪਾ ਲਈ, ਰਸਨਾ ਨੂੰ ਲਾ ਕੇ ਪਵਿੱਤਰ ਕਰ ਦਿੱਤਾ, ਉਹ ਅੱਕ ਉਹਦਾ ਭਲਾ ਕਰ ਦਿੱਤਾ, ਤਾਰ ਦਿੱਤਾ। ਐਂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੇ ਹਨ। ਉਪਰ ਬੈਠ ਗਇਓ ਸੁਖਦਾਇਓ। ਐਂ ਰੋੜਾਂ ਦੀ ਵਿਛਾਈ ਕਰਕੇ ਉੱਚਾ ਚਬੂਤਰਾ ਬਣਾ ਕੇ ਸੱਚੇ ਪਾਤਸ਼ਾਹ ਜੀ ਬੈਠ ਗਏ। ਅਬ ਲਾਓ ਰੋੜੀ ਨਾਮ ਕਹਾਵਹਿ। ਉਹ ਜਿਸ ਜਗ੍ਹਾ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਆਸਣ ਲਾਇਆ ਸੀਗਾ, ਉੱਥੇ ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਹੈ ਮਹਾਰਾਜ ਦੀ ਯਾਦ ਵਿੱਚ, ਜਿੱਥੇ ਰੋੜਾਂ ਦੀ ਵਿਛਾਈ ਕਰਕੇ ਰੋੜਾਂ ਦਾ ਚਬੂਤਰਾ ਬਣਾ ਕੇ ਬੈਠੇ ਸਜੇ ਸੀ ਗਰੀਬ ਨਵਾਜ। ਅੱਜ ਤੱਕ ਏਮਨਾਬਾਦ ਦੇ ਵਿੱਚ ਉਹ ਸਤਿਗੁਰਾਂ ਦੀ ਯਾਦ ਗੁਰਦੁਆਰਾ ਰੋੜੀ ਸਾਹਿਬ ਕਰਕੇ ਮਸ਼ਹੂਰ ਹੈ। ਮਨ ਬਾਂਝਤ ਦਰਸ਼ਨ ਫਲ ਪਾਵਹਿ। ਤੇ ਜਿਹੜੇ ਗੁਰਮੁਖ ਜਨ ਵੱਡੇ ਭਾਗਾਂ ਵਾਲੇ ਏਮਨਾਬਾਦ ਜਾ ਕੇ ਰੋੜੀ ਸਾਹਿਬ ਸਥਾਨ ਦੇ ਦਰਸ਼ਨ ਕਰਦੇ ਹਨ, ਉਹ ਮਨ ਭਾਵਤ ਜਿਹੋ ਜਿਹਾ ਵੀ ਮਨ ਵਿੱਚ ਫੁਰਨਾ ਆਵੇ ਅਰਦਾਸ ਕਰਦੇ, ਉਹਨਾਂ ਦੀਆਂ ਅਰਦਾਸਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪੂਰੀਆਂ ਕਰਦੇ ਹਨ।
ਇਤ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਧੇ ਸੰਤਨ ਚਰਚਾ ਏਮਨਾਵਾਦ ਪਹੁੰਚਨ ਪ੍ਰਸੰਗ ਵਰਣਨੰ ਨਾਮ 26ਵਾਂ ਅਧਿਆਇ। ਸੋ ਸੰਗਤ ਜੀ, ਇਹ ਉਤਰਾਰਧ ਦਾ ਨਾਨਕ ਪ੍ਰਕਾਸ਼ ਦਾ 26ਵਾਂ ਅਧਿਆਇ ਜਿਹੜਾ ਹੈ ਇਹ ਸਮਾਪਤ ਹੋ ਰਿਹਾ ਹੈ। ਇਹਦੇ ਵਿੱਚ ਆਪ ਸੰਗਤ ਨੇ ਸਰਵਣ ਕੀਤਾ ਸੀਗਾ ਕਿਵੇਂ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਸਾਧੂਆਂ ਦੇ ਨਾਲ ਮਿਲਾਪ ਹੋਇਆ ਹੈ, ਕਿਵੇਂ ਗਰੀਬ ਨਵਾਜ ਨੇ ਕਿਰਪਾ ਕਰਕੇ ਸ਼ਬਦ ਉਚਾਰਨ ਕੀਤਾ, ਕਿਵੇਂ ਨਾਲ ਲੈ ਕੇ ਸਾਧੂਆਂ ਦੀ ਮੰਡਲੀ ਨੂੰ ਜਮਾਤ ਨੂੰ ਗਰੀਬ ਨਵਾਜ ਏਮਨਾਬਾਦ ਪਹੁੰਚੇ। ਇਹ ਪ੍ਰਸੰਗ ਜਿਹੜਾ ਹੈ ਆਪ ਜੀ ਨੇ 26ਵੇਂ ਅਧਿਆਏ ਦੇ ਵਿੱਚ ਸਰਵਣ ਕੀਤਾ। ਦੋਹਰਾ ਗਿਰ ਹੰਕਾਰ ਤੇ ਤਰ ਉਤਰ ਸਰਬ ਰੇਨ ਕਰ ਛਾਏ। ਤੇ ਅੱਗੇ 27ਵਾਂ ਅਧਿਆਇ ਜਿਹੜਾ ਉਤਰਾਰਧ ਦਾ ਉਹ ਆਰੰਭ ਹੋ ਰਿਹਾ ਹੈ। ਮਰਜ਼ਾਦਾ ਦੇ ਅਨੁਸਾਰ ਮਹਾਕਵੀ ਭਾਈ ਸੰਤੋਖ ਸਿੰਘ ਜੀ ਇਹ ਸੰਗਤ ਜੀ ਮੰਗਲ ਕਰ ਰਹੇ ਹੈ। ਉੱਤਮ ਵਕਤੇ ਦੀ ਨਿਯਮਾਵਲੀ ਅਨੁਸਾਰ ਆਪਣੇ ਮਨ ਨੂੰ ਸੰਬੋਧਨ ਕਰਕੇ ਮਹਾਕਵੀ ਭਾਈ ਸੰਤੋਖ ਸਿੰਘ ਜੀ ਕਥਨ ਕਰਦੇ ਆ, ਮਨਾ ਓਏ ਹੰਕਾਰ ਦੇ ਪਹਾੜ ਤੋਂ ਥੱਲੇ ਉਤਰਿਆ, ਕੁਛ ਨਹੀਂ ਪਿਆ ਹੰਕਾਰ ਦੇ ਪਹਾੜ ਤੇ ਚੜ੍ਹ ਕੇ ਕਾਂਗਾ ਮਾਰਨ ਦੇ ਵਿੱਚ, ਥੱਲੇ ਆ ਜਾ ਹੰਕਾਰ ਦੇ ਪਹਾੜ ਤੋਂ ਤੇ ਸੰਗਤਾਂ ਦੀ ਚਰਨ ਧੂੜੀ ਰੂਪੀ ਜਿਹੜਾ ਹੈ ਨਾ ਘਰ ਬਣਾ ਕੇ ਤੇ ਸੰਗਤਾਂ ਦੀ ਛਤਰ ਛਾਇਆ ਦੀ ਛਾਂ ਥੱਲੇ ਰਹਿ, ਜੇ ਸੁਖ ਮੰਨਣਾ ਚਾਹੁੰਦਾ ਆਨੰਦ ਲੈਣਾ ਚਾਹੁੰਦਾ ਹੈ ਤਾਂ। ਉਸ਼ਨ ਸਿਤਾਦ ਬਿਕਾਰ ਜੇ ਹੈ ਮਨ ਤਬ ਸੁਖ ਪਾਏ। ਤੇ ਜਦੋਂ ਸੰਗਤਾਂ ਦੀ ਚਰਨ ਧੂੜੀ ਰੂਪੀ ਘਰ ਦੇ ਵਿੱਚ ਛਾਂ ਦੇ ਵਿੱਚ ਰਹੇਗਾ ਨਾ, ਤੈਨੂੰ ਕਾਮ ਆਦਿਕ ਰੂਪੀ ਅਗਨੀਆਂ ਤੇ ਇਸੇ ਪ੍ਰਕਾਰ ਕਿਸੇ ਤਰ੍ਹਾਂ ਦਾ ਡਰ ਭੈ ਰੂਪੀ ਸਰਦੀ ਕੋਈ ਨਹੀਂ ਲੱਗੇਗੀ। ਗੁਰੂ ਕੀ ਸੰਗਤ ਜਿਹੜੀ ਹੁੰਦੀ ਹੈ ਬਹੁਤ ਵੱਡਾ ਆਸਰਾ ਹੁੰਦਾ ਹੈ ਗੁਰੂ ਕੀ ਸੰਗਤ ਦਾ। ਗੁਰੂ ਕੀ ਸੰਗਤ ਦੀ ਛਤਰ ਛਾਇਆ ਹੇਠ ਰਹਿਣ ਵਾਲਾ ਕਦੀ ਮਨੁੱਖ ਦੁਖੀ ਨਹੀਂ ਹੋ ਸਕਦਾ, ਇਹ ਵਿਕਾਰਾਂ ਤੋਂ ਬਚਿਆ ਰਹੇਗਾ। ਕਿਉਂਕਿ ਸਾਧ ਸੰਗਤ ਜੀ ਇਕੱਲਾ ਮਨੁੱਖ ਜਿਹੜਾ ਹੈ ਕਈ ਪ੍ਰਕਾਰ ਦੇ ਬਚਨ ਸੋਚਦਾ, ਕਈ ਤਰ੍ਹਾਂ ਦੇ ਵਿਕਾਰ ਇਹਦੇ ਮਨ ਵਿੱਚ ਉਤਪੰਨ ਹੁੰਦੇ। ਗੁਰੂ ਕੀ ਸੰਗਤ ਜਿਵੇਂ ਖੇਤੀ ਦੇ ਦੁਆਲੇ ਵਾੜ ਹੁੰਦੀ ਹੈ ਨਾ, ਉਹਨੂੰ ਖੇਤੀ ਨੂੰ ਕੋਈ ਉਜਾੜ ਨਹੀਂ ਸਕਦਾ, ਜੰਗਲੀ ਜਾਨਵਰ ਜਾਂ ਦੂਸਰਾ। ਇਸੇ ਤਰ੍ਹਾਂ ਗੁਰੂ ਕੀ ਸੰਗਤ ਵਾੜ ਹੈ। ਜਿਹੜਾ ਗੁਰਮੁਖ ਜਨ ਗੁਰੂ ਕੀ ਸੰਗਤ ਰੂਪੀ ਵਾੜ ਵਿੱਚ ਰਹੇ ਉਹਨੂੰ ਕਦੀ ਦੁੱਖ ਤਕਲੀਫ ਹੋ ਹੀ ਨਹੀਂ ਸਕਦਾ ਹੈ। ਸ਼੍ਰੀ ਬਾਲਾ ਸੰਧੂਰ ਵਾਚ। ਇਹ ਮੰਗਲ ਕਰਕੇ ਫਿਰ ਅੱਗੇ ਕਥਾ ਦੀ ਆਰੰਭਤਾ ਕਰ ਰਹੇ ਨੇ ਭਾਈ ਸੰਤੋਖ ਸਿੰਘ ਜੀ। ਬਾਬਾ ਬਾਲਾ ਜੀ ਇਹ ਕਥਾ ਸੁਣਾ ਰਹੇ ਹੈ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ। ਚਾਪਏ ਸ਼੍ਰੀ ਅੰਗਦ ਸੁਨਿਏ ਇਤਿਹਾਸਾ। ਇਹ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹ ਕਰਤੇ ਦੀ ਜੋ ਧੰਨ ਗੁਰੂ ਨਾਨਕ ਸਾਹਿਬ ਗਰੀਬ ਨਵਾਜ ਜੀ ਦਾ ਇਤਿਹਾਸ ਸਰਵਣ ਕਰੋ। ਵਹਿਰ ਨਗਰ ਬੈਠੇ ਸੋਖ ਰਾਸਾ। ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਏਮਨਾਬਾਦ ਦੀ ਨਗਰੀ ਤੋਂ ਬਾਹਰਲੇ ਵਾਲੇ ਪਾਸੇ ਰੋੜਾਂ ਦਾ ਥੜਾ ਬਣਾ ਕੇ ਉੱਤੇ ਆਸਣ ਲਾ ਕੇ ਬੈਠ ਗਏ। ਉਹ ਤੋ ਪਠਾਨ ਤਾਹਾਂ ਕੋ ਰਾਜਾ। ਇਹ ਏਮਨਾਬਾਦ ਦਾ ਜਿਹੜਾ ਰਾਜਾ ਸੀ ਉਹ ਇੱਕ ਪਠਾਨ ਸੀ। ਘਰ ਘਰ ਬਾਹਰ ਬਜਾਵਹਿ ਬਾਜਾ। ਤੇ ਇਹਦਾ ਘਰ ਘਰ ਦੇ ਵਿੱਚ ਸਿੱਕਾ ਚੱਲਦਾ ਸੀਗਾ। ਜਿਵੇਂ ਆਪਾਂ ਕਹਿੰਦੇ ਫਲਾਣੇ ਦੀ ਤੇ ਤੂਤੀ ਬੋਲਦੀ, ਇਹਦੀ ਤੂਤੀ ਬੋਲਦੀ। ਘਰ ਘਰ ਦੇ ਵਿੱਚ ਇਹਦਾ ਭੈ ਬਣਿਆ ਹੋਇਆ ਸੀ। ਬਹੁਤ ਨਿਰਦਈ ਰਾਜਾ ਸੀਗਾ ਤੇ ਬੜਾ ਜੀਵਾਂ ਨੂੰ ਭੈ ਭੀਤ ਕਰਕੇ ਰੱਖਣ ਵਾਲਾ ਸੀਗਾ। ਆਦਿਕ ਵਿਆਹ ਤਿਸ ਦਿਨ ਪੁਰ ਮਾਹੇ। ਜਿੱਦਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਨਾ, ਏਮਨਾਬਾਦ ਗਏ, ਉਹਨਾਂ ਦਿਨਾਂ ਵਿੱਚ ਵਿਆਹ ਬਹੁਤ ਹੋ ਰਹੇ ਸੀ। ਕਿਉਂਕਿ ਇੱਕ ਸਾਡੇ ਰਿਵਾਜ ਬਣਿਆ ਹੋਇਆ ਹੈ ਵੀ ਸਾਹਾ ਮੰਨ ਲੈਂਦੇ ਆ ਵੀ ਆਹ ਦਿਨ ਜਿਹੜਾ ਹੈਗਾ ਸਾਹੇ ਦਾ, ਕੋਈ ਪੱਤਰੀ ਖੋਲ੍ਹ ਕੇ ਪੁੱਛ ਲੈਂਦਾ ਹੈ ਤੇ ਕੋਈ ਇਸੇ ਪ੍ਰਕਾਰ ਮੌਲਵੀ ਜੀ ਪਾਸੋਂ ਜਾ ਕੇ ਪੁੱਛ ਲੈਂਦੇ ਹੈ। ਤੇ ਗੁਰਮਤ ਅਨੁਸਾਰ ਤੇ ਸਾਧ ਸੰਗਤ ਜੀ ਸਾਹਾ ਜਿਹੜਾ ਹੈ ਉਹ ਸਹੂਲਤ ਵਾਲਾ ਸਮਾਂ ਦੇਖ ਕੇ ਵਿਆਹ ਦਾ ਜਾਂ ਸ਼ਗਨ ਦਾ ਦਿਨ ਰੱਖ ਲੈਣਾ ਚਾਹੀਦਾ। ਗੁਰਮਤ ਇਹਨਾਂ ਵਿਚਾਰਾਂ ਨੂੰ ਕੋਈ ਮੰਨਦੀ ਨਹੀਂ ਹੈ। ਰਹੋ ਵਿਚਾਰ, ਜਿਸ ਦਿਨ ਸੱਚੇ ਪਾਤਸ਼ਾਹ ਮਹਾਰਾਜ ਗਏ ਉਸ ਦਿਨ ਏਮਨਾਬਾਦ ਨਗਰ ਵਿੱਚ ਬਹੁਤ ਵਿਆਹਾਂ ਦਾ ਭਾਰੀ ਸਾਹਾ ਸੀ।
ਕਾਰਤ ਕੁਲਾਹਲ ਔਰ ਹਰ ਖਾਹੇ। ਇਸ ਤਰ੍ਹਾਂ ਵਿਆਹਾਂ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਸਾਰੇ ਸ਼ਹਿਰ ਦੇ ਵਿੱਚ। ਗਾਵਹਿ ਨਾਚਹਿ ਮਾਚਹਿ ਰੰਗਾ। ਇਸ ਤਰ੍ਹਾਂ ਇਹ ਵਿਆਹ ਵਾਲੇ ਘਰ ਜਿਹਦੇ ਵਿੱਚ ਲੋਕ ਨੱਚਦੇ ਗਾਉਂਦੇ ਭੰਗੜੇ ਪਾ ਰਹੇ ਹਨ ਆਤ ਉਤਸਵ ਮਹੇ ਰਹੇ ਉਮੰਗਾ। ਤੇ ਬੜਾ ਉਤਸਵ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਭੂਖਾਨ ਬਸਤਰ ਨਵੇਨ ਪਹਿਰ ਕੈ। ਬੜੇ ਬੜੇ ਸੋਹਣੇ ਸੁੰਦਰ ਕੱਪੜੇ ਪਹਿਨੇ ਹੋਏ ਐ, ਉੱਤੇ ਬੜੇ ਬੜੇ ਸੋਹਣੇ ਗਹਿਣੇ ਪਹਿਨੇ ਹੋਏ ਐ। ਬਨੇ ਛੈਲ ਬਾਹੋ ਗਰਭ ਗਹਿਰ ਕੈ। ਤੇ ਇਸ ਤਰ੍ਹਾਂ ਸ਼ੈਲ ਛਬੀਲੇ ਨੌਜਵਾਨ ਜਿਹੜੇ ਹਨ ਕੀਮਤੀ ਕੱਪੜੇ ਪਹਿਨ ਕੇ ਸੋਹਣੇ ਬੜੇ ਭਾਰੀ ਮਹਿੰਗੇ ਮਹਿੰਗੇ ਗਹਿਣੇ ਪਹਿਨ ਕੇ ਬੜਾ ਹੰਕਾਰ ਕਰ ਰਹੇ ਵੀ ਸਾਡੇ ਪਾਸ ਬੜਾ ਧਨ ਹੈ, ਅਸੀਂ ਬੜੇ ਸੋਹਣੇ ਕੱਪੜੇ ਪਾਏ ਐ। ਗਹਿਣਾ ਜਿਹੋ ਜਿਹਾ ਅਸੀਂ ਪਹਿਨਿਆ ਹੋਇਆ ਇਹ ਬਿਰਲੇ ਪਾਸ ਹੀ ਕਿਸੇ ਪਾਸ ਹੋਵੇਗਾ। ਜਾਣੀ ਇਹੋ ਜਿਹੀ ਹਉਮੈ ਉਹਨਾਂ ਦੇ ਮਨ ਵਿੱਚ ਪਈ ਹੋਈ ਹੈ। ਅਵਲੋਕਤ ਹੈ ਰੰਗ ਤਮਾਸ਼ੇ। ਅਤੇ ਇਸ ਤਰ੍ਹਾਂ ਕੋਈ ਰੰਗ ਤਮਾਸ਼ੇ ਕਰ ਰਿਹਾ, ਕੋਈ ਉਹਨਾਂ ਨੂੰ ਕਰਦਿਆਂ ਨੂੰ ਦੇਖ ਰਿਹਾ, ਕੋਈ ਨੱਚ ਰਿਹਾ, ਭੰਗੜੇ ਪਾ ਰਿਹਾ, ਕੋਈ ਉਹਨਾਂ ਦੇ ਭੰਗੜਿਆਂ ਦੇ ਵਿੱਚ ਸ਼ਾਮਲ ਹੋ ਕੇ ਕੋਈ ਵੇਖ ਰਿਹਾ। ਐਂ ਰਲ ਮਿਲ ਕੇ ਸਭ ਖੁਸ਼ੀਆਂ ਮਨਾ ਰਹੇ ਹੈ। ਅਨੇਕ ਪ੍ਰਕਾਰਨ ਠਨ ਹੈ ਹਾਸੇ। ਇਸ ਤਰ੍ਹਾਂ ਅਨੇਕਾਂ ਪ੍ਰਕਾਰ ਦਾ ਹਾਸਾ ਠੱਠਾ ਹੋ ਰਿਹਾ, ਇੱਕ ਦੂਜੇ ਨੂੰ ਮਖੌਲ ਕਰਦੇ। ਪਹਿਲੇ ਜ਼ਮਾਨੇ ਵਿੱਚ ਤੇ ਸਿੱਠਣੀਆਂ ਦਾ ਹੀ ਬੜਾ ਰਿਵਾਜ ਹੁੰਦਾ ਸੀਗਾ। ਬੀਬੀਆਂ ਨੇ ਇਕੱਠੀਆਂ ਹੋ ਜਾਣਾ ਤੇ ਹਾਸੇ ਹਾਸੇ ਵਿੱਚ ਗਾਲਾਂ ਇਹੋ ਜਿਹੀਆਂ ਦੇਣੀਆਂ। ਉਹ ਗਾਲਾਂ ਦਾ ਕੋਈ ਬੁਰਾ ਨਹੀਂ ਸੀ ਮਨਾਉਂਦਾ, ਉਹਨੂੰ ਕਹਿੰਦੇ ਸਿੱਠਣੀਆਂ ਦੇਣੀਆਂ। ਤੇ ਸਿੱਠਣੀਆਂ ਦੇ ਵਿੱਚ ਬੜਾ ਖਿੜਖੜਾ ਕੇ ਲੋਕਾਂ ਨੇ ਹੱਸਣਾ। ਤੇ ਇਹ ਹਾਸੇ ਠੱਠੇ ਦਾ ਸਾਰਾ ਸਮਾਂ ਬਣਿਆ ਹੋਇਆ ਹੈ। ਗਰੀਆਨ ਬਿਖੈ ਕੁਦਾਇ ਤੁਰੰਗਾ। ਕਈ ਨੌਜਵਾਨ ਜਿਹੜੇ ਹਨ ਚੰਗੇ ਚੰਗੇ ਕੱਪੜੇ ਪਾ ਕੇ ਗਹਿਣੇ ਪਾ ਕੇ ਸੋਹਣੇ ਕੀਮਤੀ ਘੋੜਿਆਂ ਤੇ ਸਵਾਰ ਹੋ ਕੇ ਗਲੀਆਂ ਵਿੱਚ ਘੋੜੇ ਨਠਾਉਂਦੇ ਫਿਰਦੇ ਆ। ਬੈਠੇ ਮੂਛ ਬਾਮ ਸਰਬੰਗਾ। ਤੇ ਕਈ ਦਾਰੂ ਦੇ ਰੱਜੇ ਹੋਏ ਸੋਹਣੇ ਗਹਿਣੇ ਪਾਏ ਹੋਏ ਕੱਪੜੇ ਪਾਏ ਹੋਏ ਤੇ ਮੁੱਛਾਂ ਨੂੰ ਹੀ ਤਾ ਦੇਈ ਜਾ ਰਹੇ ਨੇ, ਬਾਰ-ਬਾਰ ਮੁੱਛਾਂ ਨੂੰ ਗੋਲ ਕਰੀ ਜਾ ਰਹੇ ਹੈ। ਸ਼੍ਰੀ ਕਰਤਾਰ ਦਿਸ਼ਾ ਤੇ ਭੁਲੇ। ਪਰ ਕਰਤੇ ਪੁਰਖ ਵਾਹਿਗੁਰੂ ਦੇ ਵਾਲੇ ਪਾਸਿਓਂ ਭੁੱਲੇ ਹੋਏ ਹੈ। ਸੱਚੇ ਪਾਤਸ਼ਾਹ ਨਿਰੰਕਾਰ ਨੂੰ ਯਾਦ ਨਹੀਂ ਕਰਦੇ, ਆਪਣੀਆਂ ਖਰ ਮਸਤੀਆਂ ਦੇ ਵਿੱਚ ਲੱਗੇ ਹੋਏ ਹਨ। ਵਿਸ਼ੈ ਵਿਕਾਰਨ ਮੈਂ ਅਨਕੁਲੇ। ਇਹ ਤਾਂ ਵਿਸ਼ੇ ਵਿਕਾਰਾਂ ਦੇ ਵਿੱਚ ਲੱਗੇ ਹੋਏ, ਪਰਮੇਸ਼ਰ ਵਿਸਰਿਆ ਹੋਇਆ ਇਹਨਾਂ ਨੂੰ। ਸੰਤ ਅਤਿਥ ਕੇ ਸੇਵ ਨਾ ਜਾਣਹਿ। ਐਸੇ ਮੂਰਖ ਲੋਕ, ਇਹਨਾਂ ਨੂੰ ਇਹ ਨਹੀਂ ਪਤਾ ਹੈ ਭਈ ਸਾਧੂਆਂ ਦੀ ਸੰਗਤ ਕੀ ਹੁੰਦੀ ਹੈ। ਜੇ ਕੋਈ ਅਤਿਥੀ ਕੋਈ ਮਹਿਮਾਨ ਚੱਲ ਕੇ ਆ ਜਾਵੇ ਉਹਦੀ ਸੇਵਾ ਕਿਵੇਂ ਕਰਨੀ ਹੈ, ਕਿਸੇ ਸਾਧੂ ਦੀ ਸੇਵਾ ਕਿਵੇਂ ਕਰਨੀ ਹੈ, ਇਹ ਇਹਨਾਂ ਨੂੰ ਨਹੀਂ ਆਉਂਦਾ ਹੈ। ਖਾਲੀ ਹੰਕਾਰ ਕਰਨਾ ਆਉਂਦਾ ਹੈ। ਦੇਖ ਫਕੀਰਨ ਹਾਸੇ ਠਨ ਹੈ। ਸਤਿਕਾਰ ਤਾਂ ਕੀ ਕਰਨਾ ਸਾਧੂਆਂ ਦਾ। ਜੇ ਕੋਈ ਫਕੀਰ ਦਿਸ ਪੈਂਦਾ ਉਹਨੂੰ ਉਲਟਾ ਮਜ਼ਾਕਾਂ ਕਰਦੇ, ਮਖੌਲਾਂ ਕਰਦੇ ਆ। ਪ੍ਰਭਤਾ ਮਦ ਤੇ ਪੈਸੇ ਅੰਧੇ। ਕਿਉਂਕਿ ਇਹਨਾਂ ਪਾਸ ਮਾਇਆ ਹੈ, ਧਨ ਦੌਲਤ ਹੈ, ਪ੍ਰਭਤਾ ਹੈ, ਮਾਣ ਸਨਮਾਨ ਬਣਿਆ ਹੋਇਆ ਦੁਨੀਆ ਦੇ ਵਿੱਚ, ਜਿਸ ਕਰਕੇ ਇਹ ਅੰਨੇ ਹੋਏ ਹਨ। ਪਰੇ ਗਾਰਤ ਜਗ ਬੰਧਨ ਬੰਧੇ। ਇਸ ਤਰ੍ਹਾਂ ਸਾਧ ਸੰਗਤ ਜੀ ਸੰਸਾਰ ਦੇ ਬੰਧਨਾਂ ਦੇ ਵਿੱਚ ਬੱਝੇ ਹੋਏ ਜੀਵ, ਹਉਮੈ ਦੇ ਵਿੱਚ ਫਸੇ ਹੋਏ ਇਹ ਜੀਵ। ਦੇਖੈ ਹੈ ਦੁਖੇ ਦਇਆ ਨਹਿ ਕਰਹਿ। ਜੇ ਕੋਈ ਦੁਖੀ ਆਦਮੀ ਹੁੰਦਾ ਹੈ ਨਾ, ਉਹਦੇ ਦਇਆ ਤੇ ਕੀ ਕਰਨੀ, ਦੁਖੀ ਨੂੰ ਹੋਰ ਦੁਖੀ ਕਰਨ ਵਾਲੇ ਇਹ ਲੋਕ ਹਨ। ਮਹਾਮੰਦ ਮਤ ਪਰਤੀਹ ਹਰਹਿ। ਐਸੇ ਬੇਈਮਾਨ ਲੋਕ, ਸ਼ਰਾਬਾਂ ਪੀਣ ਵਾਲੇ ਤੇ ਪਰਾਈਆਂ ਇਸਤਰੀਆਂ ਦੇ ਉੱਤੇ ਬੁਰੀ ਨਿਗਾਹ ਰੱਖਣ ਵਾਲੇ ਤੇ ਜ਼ਬਰਦਸਤੀ ਵੀ ਕਰਨ ਵਾਲੇ, ਜਾਣੀ ਕੋਈ ਇਹਨਾਂ ਦੇ ਮਨ ਵਿੱਚ ਰੱਬ ਦਾ ਭੈ ਨਹੀਂ ਹੈ, ਮਨਮਾਨੀਆਂ ਕਰਨ ਵਾਲੇ ਲੋਕ ਹਨ। ਪੀਤ ਸ਼ਰਾਬ ਘੁੰਮਤੇ ਫਿਰਹਿ। ਤੇ ਇਸ ਤਰ੍ਹਾਂ ਜਦ ਮਹਾਰਾਜ ਗਏ ਨਾ, ਵਿਆਹ ਸੀਗੇ ਬਹੁਤ, ਤੇ ਸ਼ਰਾਬ ਦੇ ਵਿੱਚ ਅੰਨੇ ਹੋਏ ਭੱਜੇ ਫਿਰਦੇ ਆ ਗਲੀਆਂ ਬਾਜ਼ਾਰਾਂ ਦੇ ਵਿੱਚ ਏਮਨਾਬਾਦ ਦੇ। ਸਾਸਨ ਦੇਹ ਗਰੀਬਾਨ ਧਰਹਿ। ਜਿਹੜੇ ਗਰੀਬ ਲੋਕ ਕੋਈ ਮਿਲ ਜਾਂਦੇ ਆ ਉਹਨਾਂ ਨੂੰ ਤੰਗ ਕਰਦੇ ਆ। ਤੇ ਜੇ ਕੋਈ ਅੱਗੋਂ ਹੱਥ ਜੋੜਦਾ ਵੀ ਮਹਾਰਾਜ ਅਸੀਂ ਗਰੀਬ ਕਾਹਨੂੰ ਤੰਗ ਕਰਦੇ, ਉਲਟਾ ਹੋਰ ਜ਼ਿਆਦਾ ਉਹਨੂੰ ਤੰਗ ਕਰਦੇ ਆ, ਤਾੜਨਾ ਦਿੰਦੇ ਆ। ਜਹਾਂ ਅੰਗਨਾ ਸੁੰਦਰ ਹੈ ਰਹਿ। ਇਸ ਤਰ੍ਹਾਂ ਭੱਜੇ ਫਿਰਦੇ ਘੋੜਿਆਂ ਤੇ ਚੜ੍ਹ ਕੇ ਗਲੀਆਂ ਬਾਜ਼ਾਰਾਂ ਵਿੱਚ। ਜੇ ਕੋਈ ਇਹਨਾਂ ਨੂੰ ਇਸਤਰੀ ਦਿਸ ਪੈਂਦੀ, ਔਰਤ ਦਿਸ ਪੈਂਦੀ ਹੈ
ਬਾਰ ਬਾਰ ਬਾਜੇ ਬਰ ਫੇਰ ਤੇ ਹੈ ਉਹ ਲੜਕੀ ਨੂੰ ਇਸਤਰੀ ਨੂੰ ਬਾਰ-ਬਾਰ ਤੰਗ ਕਰਦੇ, ਘੋੜਾ ਭਜਾ ਕੇ ਉਹਦੇ ਉੱਤੇ ਚੜਾਉਣ ਨੂੰ ਕਰਦੇ। ਇਹ ਜਿਹੇ ਬੇਸ਼ਰਮ ਲੋਕ ਹਨ। ਬੈਠੇ ਰਹੇ ਵਹਿਰ ਜਗ ਸਾਈ ਜਗਤ ਦੇ ਮਾਲਕ ਦੁਨੀਆ ਦੇ ਸੁਆਮੀ ਸਤਿਗੁਰੂ ਜੀ ਰੋੜਾਂ ਦਾ ਆਸਣ ਲਾ ਕੇ ਇਮਨਾਬਾਦ ਤੋਂ ਬਾਹਰ ਬੈਠੇ ਹੋਏ ਐ। ਸੇਵਾ ਕਰੇ ਨਾ ਕਿਨਹੁ ਆਏ ਇਹ ਲੋਕ ਕਿਸੇ ਨੇ ਜਾ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਮਿਲੇ ਨਹੀਂ, ਪੁੱਛਿਆ ਨਹੀਂ, ਕੋਈ ਸੇਵਾ ਨਹੀਂ ਕੀਤੀ ਹੈ। ਹੋਤੇ ਫਕੀਰ ਸੰਗ ਤੇ ਹਥਾਏ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਉਹ ਫਕੀਰਾਂ ਦੀ ਜਮਾਤ ਸੀ, ਸਾਧੂਆਂ ਦੀ। ਭੈ ਛੁਧਾ ਤੋਰ ਮੁਖ ਕੁਮ ਲਾਏ ਉਹ ਸਾਧੂ ਇੱਕ ਦੇ ਸਾਰਾ ਦਿਨ ਸਫ਼ਰ ਕਰਦੇ ਆਏ ਮਹਾਰਾਜ ਦੇ ਨਾਲ, ਥੱਕੇ ਹੋਏ ਐ। ਇੱਕ ਖਾਣ ਪੀਣ ਨੂੰ ਕੁਝ ਨਹੀਂ ਮਿਲਿਆ, ਜਿਸ ਕਾਰਨ ਕਰਕੇ ਜਿਹੜਾ ਚਿਹਰਾ ਉਤਰ ਗਿਆ ਸਾਰੇ ਸਾਧੂਆਂ ਦਾ, ਮੁਖ ਕਮਲਾ ਗਏ। ਸਾਗਰੋ ਦੇਵਸ ਬਿਤੇਤਾ ਜਬ ਹੈ ਇਸ ਤਰ੍ਹਾਂ ਸਾਰਾ ਦਿਨ ਬਤੀਤ ਹੋ ਗਿਆ ਭੈ ਨਿਸਾ ਬੋਲੇ ਪ੍ਰਾਪ ਤਬ ਹੈ ਤੇ ਸੰਧਿਆ ਦਾ ਸਮਾਂ ਹੋ ਗਿਆ, ਰਾਤ ਪੈ ਗਈ। ਸੱਚੇ ਪਾਤਸ਼ਾਹ ਮਹਾਰਾਜ ਨੇ ਦੇਖਿਆ ਇਹ ਸਾਧੂ ਥੱਕੇ ਹੋਏ ਵਿਚਾਰੇ, ਖਾਣ ਪੀਣ ਨੂੰ ਮਿਲਿਆ ਕੋਈ ਨਹੀਂ ਹੈ। ਇਹ ਦੇਖ ਕੇ ਸੱਚੇ ਪਾਤਸ਼ਾਹ ਉਹਨਾਂ ਸਾਧੂਆਂ ਨੂੰ ਕਹਿਣ ਲੱਗੇ, ਹੇ ਸੰਤ ਹੋ ਦੁਆ ਉਠ ਕਰ ਜਾਵਹੁ ਸੰਤ ਜੀ ਇਸ ਤਰ੍ਹਾਂ ਕਰੋ, ਦੋ ਜਾਣੇ ਉੱਠੋ, ਇੱਕ ਘਰ ਵਿੱਚ ਚਲੇ ਜਾਣਾ ਪੁਰ ਤੇ ਜਾਚ ਅਸਨ ਕੋ ਖਾਵਹੁ ਤੇ ਇਸ ਤਰ੍ਹਾਂ ਦੋ ਦੋ ਜਾਣੇ ਜਾਓ, ਅਲੱਗ-ਅਲੱਗ ਘਰਾਂ ਵਿੱਚ ਮੰਗ ਕੇ ਜਾ ਕੇ ਲੰਗਰ ਛਕ ਆਓ, ਪ੍ਰਸ਼ਾਦਾ ਛਕ ਆਓ। ਜੇ ਬੈਠਿਓ ਦੇਵਾ ਕੋ ਨਾਹੇ ਤੇ ਜੇ ਇਸ ਤਰ੍ਹਾਂ ਹੀ ਕੋਈ ਬੈਠਿਆਂ ਨੂੰ ਤੁਹਾਨੂੰ ਕੋਈ ਦੇ ਤਾਂ ਰਿਹਾ ਨਹੀਂ, ਭੁੱਖ ਲੱਗੀ ਹੋਈ ਹੈ, ਪ੍ਰਸ਼ਾਦੇ ਦੀ ਲੋੜ ਲੱਗੀ ਹੈ, ਘਰ ਮਹਿ ਜਾਏ ਜਾਚ ਕਿਨ ਖਾਹੇ ਤੇ ਫਿਰ ਜਾ ਕੇ ਘਰ ਵਿੱਚ ਕਿੱਥੇ ਚਲੇ ਜਾਓ ਭਾਈ, ਮੰਗ ਕੇ ਪ੍ਰਸ਼ਾਦਾ ਛਕ ਲੈਣਾ। ਮਰਦਾਨੇ ਤੋਂ ਜਾਹੇ ਸੰਗਾਰੇ ਨਾਲ ਭਾਈ ਮਰਦਾਨੇ ਨੂੰ ਹੁਕਮ ਹੋ ਗਿਆ। ਹਜੂਰ ਕਹਿਣ ਲੱਗੇ, ਭਾਈ ਮਰਦਾਨਿਆ ਇਹਨਾਂ ਭਾਈ ਸਾਧੂਆਂ ਦੇ ਨਾਲ ਤੂੰ ਜਾ। ਆਵਤ ਲਾਲੋ ਲੇਹੋ ਹਕਾਰੇ ਤੇ ਪ੍ਰਸ਼ਾਦਾ ਇਸ ਤਰ੍ਹਾਂ ਮੰਗ ਕੇ ਖਾ ਕੇ ਜਦੋਂ ਵਾਪਸ ਆਉਣ ਲੱਗੋਗੇ ਨਾ, ਭਾਈ ਲਾਲੋ ਦੇ ਘਰੇ ਚਲੇ ਜਾਣਾ, ਉਹਨੂੰ ਨਾਲ ਲੈ ਆਉਣਾ ਸਾਡੇ ਪਾਸ। ਸ਼ੇਰੇ ਗੁਰ ਕੇ ਸੁਨ ਕੈ ਆਸ ਆਇਸ ਇਹ ਬਚਨ ਸੱਚੇ ਪਾਤਸ਼ਾਹ ਮਹਾਰਾਜ ਦਾ ਹੁਕਮ ਸੁਣਿਆ ਸਾਧੂਆਂ ਨੇ ਤੇ ਭਾਈ ਮਰਦਾਨਾ ਜੀ ਨੇ। ਮਰਦਾਨਾ ਦਵੈ ਸੰਤ ਸਿਧਾਇਸ ਤੇ ਦੋ ਸਾਧੂਆਂ ਨੂੰ ਨਾਲ ਲੈ ਕੇ ਭਾਈ ਮਰਦਾਨਾ ਜੀ ਚੱਲ ਪਏ ਨਗਰ ਨੂੰ। ਜਹਾਂ ਪਠਾਨ ਮਹਾਨ ਨਿਕੇਤਾ ਇਹ ਜਿੱਥੇ ਵੱਡੇ ਘਰ ਬਣੇ ਹੋਏ ਸੀ ਪਠਾਣਾ ਦੇ ਮਹਿਲ ਸਮਾਨ, ਗਏ ਤਹਾਂ ਅਨ ਲੈਨੇ ਹਿਤਾ ਉਹਨਾਂ ਮਹਿਲਾਂ ਦੇ ਵਿੱਚ ਭਾਈ ਮਰਦਾਨਾ ਜੀ ਦੋ ਸਾਧੂਆਂ ਨੂੰ ਨਾਲ ਲੈ ਕੇ ਪ੍ਰਸ਼ਾਦਾ ਮੰਗਣ ਵਾਸਤੇ ਚਲੇ ਗਏ। ਜਾਚਨ ਕਰੈ ਜਾਏ ਜੇ ਸਪਾਹੇ ਜਿੱਥੇ ਵੀ ਜਾ ਕੇ ਪ੍ਰਸ਼ਾਦਾ ਮੰਗਦੇ ਆ ਇਹ, ਸੁਨਹਿ ਬਹੁਰ ਉਤਰ ਦੇ ਨਾਹੇ ਤੇ ਇਹਨਾਂ ਦੇ ਬਚਨ ਨੂੰ ਕੋਈ ਸੁਣਦਾ ਹੀ ਨਹੀਂ, ਆਪਣੀ ਮਸਤੀਆਂ ਦੇ ਵਿੱਚ ਲੱਗੇ ਹੋਏ ਆ। ਤੇ ਜੇ ਕੋਈ ਸੁਣ ਵੀ ਲੈਂਦਾ ਤੇ ਅੱਗੋਂ ਇਹਨਾਂ ਨੂੰ ਕੋਈ ਜਵਾਬ ਨਹੀਂ ਦਿੰਦਾ, ਨਾ ਹਾਂ ਤੇ ਨਾ ਕੋਈ ਬੋਲਦਾ ਹੀ ਨਹੀਂ ਹੈ, ਮਦ ਪਾਣੀ ਬੋਲਾਂ ਦੁਰਬੈਨਾ ਕਿਉਂਕਿ ਇਹਨਾਂ ਨੇ ਸ਼ਰਾਬ ਪੀਤੀ ਹੋਈ ਹੈ। ਸ਼ਰਾਬ ਦੇ ਵਿੱਚ ਇਹ ਜਿਹੇ ਅੰਨੇ ਹੋਏ ਰੋਟੀ ਤਾਂ ਕਿਸੇ ਨੇ ਕੀ ਦੇਣੀ ਹੈ, ਬਹੁਤ ਬਕਬਾਦ ਕਰਦੇ, ਗੰਦੇ ਸ਼ਬਦ ਬੋਲਦੇ ਨੇ ਭਾਈ ਮਰਦਾਨੇ ਜੀ ਨੂੰ ਤੇ ਸਾਧੂਆਂ ਨੂੰ। ਜਾਚਦ ਫੇਰੇ ਤਾਹਾਂ ਬਹੁ ਐਨਾ ਇਸ ਤਰ੍ਹਾਂ ਭਾਈ ਮਰਦਾਨਾ ਜੀ ਸਾਧੂਆਂ ਨੂੰ ਨਾਲ ਲੈ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਹੁਕਮ ਮੁਤਾਬਕ ਕਈ ਘਰਾਂ ਵਿੱਚ ਜਾ ਕੇ ਪ੍ਰਸ਼ਾਦਾ ਮੰਗਿਆ। ਪ੍ਰਵੇਸ਼ੇ ਇੱਕ ਨਿਕੇਤ ਕੇ ਮਾਹੇ ਇਸ ਤਰ੍ਹਾਂ ਚੱਲਦੇ ਫਿਰਦੇ ਘੁੰਮਦੇ ਘਮਾਉਂਦੇ ਇਹ ਸਾਧੂ ਭਾਈ ਮਰਦਾਨਾ ਜੀ ਸਹਿਤ ਇੱਕ ਘਰ ਦੇ ਵਿੱਚ ਪਹੁੰਚ ਗਏ। ਜਾਚੋ ਅਨ ਜਾਏ ਤਿਹ ਪਾਹੇ ਤੇ ਜਾ ਕੇ ਉਹ ਘਰ ਵਾਲਿਆਂ ਤੋਂ ਪ੍ਰਸ਼ਾਦਾ ਮੰਗਿਆ। ਦਇਓ ਨਾ ਕਾਛ ਨ ਬੋਲਹਿ ਬਾਨੀ ਕਿਸੇ ਨੇ ਦੇਣਾ ਤਾਂ ਕੀ ਸੀ, ਇਹਨਾਂ ਨੂੰ ਕੋਈ ਬੋਲਿਆ ਵੀ ਨਹੀਂ ਵੀ ਤੁਸੀਂ ਕਿੱਥੋਂ ਆਏ ਹੋ, ਕਾਹਦੇ ਵਾਸਤੇ ਆਏ ਹੋ। ਤਿਹ ਛੇਨ ਆਵਾ ਇੱਕ ਮਦ ਪਾਨੀ ਤੇ ਇੰਨੀ ਦੇਰ ਨੂੰ ਇੱਕ ਸ਼ਰਾਬ ਦਾ ਰਜਿਆ ਹੋਇਆ ਆਦਮੀ ਘਰ ਦੇ ਵਿੱਚੋਂ ਬਾਹਰ ਆਇਆ। ਮਰਦਾਨੇ ਕੋ ਦੇਨ ਤਕੇਲਾ ਬੜੇ ਜ਼ੋਰ ਦੀ ਆਣ ਕੇ ਧੱਕਾ ਮਾਰਿਆ ਭਾਈ ਮਰਦਾਨਾ ਜੀ ਨੂੰ ਸ਼ਰਾਬੀ ਨੇ। ਬਹੁ ਬਾਲ ਸੋ ਤਰਨੇ ਪੋਰ ਮੇਲਾ ਇੰਨੇ ਜ਼ੋਰ ਦੀ ਧੱਕਾ ਮਾਰਿਆ ਭਾਈ ਮਰਦਾਨਾ ਜੀ ਦਹਿੜ ਦੇਣੀ ਧਰਤੀ ਤੇ ਡਿੱਗ ਪਏ।
ਚੋਟ ਲਗੇ ਪਾਏ ਤਾਨ ਪੀਰਾ। ਬੜੀ ਸੱਟ ਲੱਗੀ ਬਾਬੇ ਮਰਦਾਨੇ ਜੀ ਨੂੰ, ਜਦ ਧਰਤੀ ਤੇ ਡਿੱਗੇ ਬੜਾ ਦਰਦ ਹੋਣ ਲੱਗਾ ਭਾਈ ਮਰਦਾਨੇ ਜੀ ਨੂੰ। ਪੁਰ ਤਾਜ ਚਲੇ ਤੁਰਤ ਪ੍ਰਭ ਤੀਰਾ। ਭਾਈ ਮਰਦਾਨਾ ਜੀ ਕਹਿੰਦੇ ਚੰਗੀਆਂ ਰੋਟੀਆਂ ਖਾਣ ਆਏ, ਮਾਰ ਦੇਣਗੇ ਇਹ ਤਾਂ ਸ਼ਰਾਬੀ। ਛੱਡੋ ਖਹਿੜਾ, ਲੈ ਕੇ ਸਾਧੂਆਂ ਨੂੰ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਵੱਲ ਜੀ ਨੂੰ ਚੱਲ ਪਏ। ਲਾਲੋ ਕੋ ਬੁਲਾਏ ਨਿਜ ਸਾਥਾ। ਕਿਉਂਕਿ ਹਜੂਰ ਦਾ ਹੁਕਮ ਸੀ, ਆਉਂਦੇ ਹੋਏ ਭਾਈ ਲਾਲੋ ਜੀ ਨੂੰ ਨਾਲ ਲੈ ਆਇਓ। ਇਧਰੋਂ ਆਪਣੀ ਬੇਪਤੀ ਕਰਵਾ ਕੇ ਭਾਈ ਮਰਦਾਨਾ ਜੀ ਸਾਧੂਆਂ ਨੂੰ ਨਾਲ ਲੈ ਕੇ ਭਾਈ ਲਾਲੋ ਜੀ ਦੇ ਪਾਸ ਚਲੇ ਗਏ। ਆਏ ਜੈ ਬੈਠੇ ਜਗਨਾਥਾ। ਅਤੇ ਨਾਲ ਲੈ ਕੇ ਭਾਈ ਲਾਲੋ ਨੂੰ ਭਾਈ ਮਰਦਾਨਾ ਜੀ ਸਮੇਤ ਸਾਧੂਆਂ ਦੇ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਸ ਪਹੁੰਚ ਗਏ। ਪੁਰਜੇ ਦਾਨੇ ਕਛੁਕ ਤਿਆਰੇ। ਉਹ ਭਾਈ ਲਾਲੋ ਜੀ ਬਹੁਤੇ ਗਰੀਬ ਸਿੱਖ ਹਨ। ਤਰਖਾਣ ਘਰ ਦਾ ਜਨਮ ਹੈ ਭਾਈ ਲਾਲੋ ਜੀ ਦਾ। ਗਰੀਬੀ ਦੀ ਵਜ੍ਹਾ ਹੋਣ ਕਰਕੇ ਕੁਛ ਘਰ ਵਿੱਚ ਤਿਆਰ ਨਹੀਂ ਸੀ ਵਸਤੂ, ਥੋੜੇ ਜਿਹੇ ਦਾਣੇ ਪੁੱਜੇ ਹੋਏ ਸੀਗੇ, ਉਹੀ ਭਾਈ ਲਾਲੋ ਜੀ ਨੇ ਨਾਲ ਲੈ ਲਏ। ਲੈ ਸੋ ਲਾਲੋ ਧਰੇ ਅਗਾਰੇ। ਉਹ ਪੁੱਜੇ ਹੋਏ ਦਾਣੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਭੇਟਾ ਕਰ ਦਿੱਤੇ। ਪਾਇਨ ਪਾਸ ਉਪਾਇਨ ਕਰ ਕੈ। ਇਸ ਤਰ੍ਹਾਂ ਚਰਨਾਂ ਦੇ ਪਾਸ ਰੱਖ ਕੇ ਨਮਸਕਾਰ ਕਰਕੇ ਕਹਿਓ ਜੋਰ ਕਰ ਸਿਰ ਧਰ ਧਰ ਕੈ। ਹੱਥ ਬੰਨ੍ਹ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ। ਕਹਿਣ ਲਗਾ ਬੀਤਿਓ ਚਿਰ ਕਾਲਾ। ਇਹ ਸੱਚੇ ਪਾਤਸ਼ਾਹ ਮਹਾਰਾਜ ਬੜਾ ਸਮਾਂ ਹੋ ਗਿਆ ਹੈ, ਰਾਵਰ ਦਰਸ਼ਨ ਦੇਨ ਦਿਆਲਾ। ਤੁਸੀਂ ਮਹਾਰਾਜ ਦਰਸ਼ਨ ਨਹੀਂ ਦਿੱਤੇ, ਬਹੁਤ ਸਮੇਂ ਤੋਂ ਬਾਅਦ ਮਹਾਰਾਜ ਹੁਣ ਕਿਰਪਾ ਕੀਤੀ, ਆਣ ਕੇ ਦਰਸ਼ਨ ਦਿੱਤੇ ਹੈ। ਕੁਸ਼ਲ ਪ੍ਰਸ਼ਨ ਕਰ ਕੈ ਸੰਗ ਤਾਹੇ। ਇਸ ਤਰ੍ਹਾਂ ਬਾਬੇ ਲਾਲੋ ਜੀ ਨੇ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ। ਗੁਰੂ ਨਾਨਕ ਸਾਹਿਬ ਜੀ ਨੇ ਸੁਖ ਸਾਂਦ ਪੁੱਛੀ ਭਾਈ ਲਾਲੋ ਜੀ ਨੂੰ। ਬੈਠਾਰਿਓ ਪ੍ਰਭ ਆਪਨ ਪਾਹੇ। ਤੇ ਸੁਖ ਸਾਂਦ ਦੀ ਪੁੱਛ ਕੇ ਸਾਹਿਬ ਜੀ ਨੇ ਭਾਈ ਲਾਲੋ ਜੀ ਨੂੰ ਆਪਣੇ ਪਾਸ ਬਿਠਾ ਲਿਆ। ਬਹੁਰੋ ਦੋ ਸੰਤ ਸੋ ਪੁੱਛੇ। ਉਪਰੰਤ ਉਹ ਜਿਹੜੇ ਦੋ ਸਾਧੂ ਭਾਈ ਮਰਦਾਨਾ ਜੀ ਦੇ ਨਾਲ ਭੇਜੇ ਹੋਏ ਸੀ ਪ੍ਰਸ਼ਾਦਾ ਛਕਣ ਵਾਸਤੇ ਨਗਰ ਵਿੱਚੋਂ, ਉਹਨਾਂ ਨੂੰ ਸੱਚੇ ਪਾਤਸ਼ਾਹ ਪੁੱਛਣ ਲੱਗੇ ਕਿਸ ਬੇਦ ਹਟ ਆਏ ਤੁਮ ਛੂਛੇ। ਕਿਉਂ ਭਾਈ ਕਿਸ ਤਰ੍ਹਾਂ ਤੁਸੀਂ ਖਾਲੀ ਹੱਥੀਂ ਆ ਗਏ ਹੋ, ਕੁਝ ਖਾਧਾ ਵੀ ਨਹੀਂ, ਕੁਝ ਲਿਆਏ ਵੀ ਨਹੀਂ ਹੋ ਸਾਥੀਆਂ ਵਾਸਤੇ। ਸੁਨਤ ਫਕੀਰਨ ਸਰਬ ਬਤਾਏ। ਇਹ ਬਚਨ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੁਣੇ ਤੇ ਉਹਨਾਂ ਦੋਵਾਂ ਸਾਧੂਆਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਅਰਜ਼ ਕੀਤੀ, ਕਹਿਣ ਲੱਗੇ ਮਰਦਾਨੇ ਕੇ ਚੋਟ ਦਿਖਾਏ। ਉਹ ਨਾਲ ਜਿੱਥੇ ਸੱਟ ਲੱਗੀ ਸੀ ਨਾ ਭਾਈ ਮਰਦਾਨੇ ਜੀ ਦੀ, ਸਿੱਟਿਆ ਜ਼ੋਰ ਦੇ ਨਾਲ, ਇੱਕ ਨੇ ਧੱਕਾ ਦੇ ਕੇ ਛਿੱਲਿਆ ਗਿਆ ਸਰੀਰ, ਨਾਲੇ ਤੇ ਉਹ ਦਿਖਾਇਆ ਤੇ ਨਾਲੇ ਅਰਜ਼ ਕੀਤੀ। ਪਾਮਰ ਪੁਰਖ ਰਹਿ ਪੁਰ ਮਾਹੇ। ਮਹਾਰਾਜ ਲਿਆਉਣਾ ਕੀ ਸੀਗਾ, ਇਹ ਨਗਰ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਆ ਬੜੇ ਪਾਮਰ ਹਨ, ਇਹ ਗਰੀਬ ਨਵਾਜ ਬੜੇ ਭੈੜੇ ਹਨ ਇਹ ਲੋਕ। ਹਰ ਸੰਤਨ ਜਹ ਆਦਰ ਨਾਹੇ। ਇਹ ਜੇ ਬੇਈਮਾਨ ਜਿੱਥੇ ਨਾ ਰੱਬ ਦਾ ਭੈ ਨਾ ਰੱਬ ਦੇ ਪਿਆਰਿਆਂ ਦਾ ਕੋਈ ਅਦਬ ਸਤਿਕਾਰ ਹੈ। ਸੇਵਾ ਕਰਨੀ ਰਹੇ ਸੋ ਰੀਤੇ। ਸੇਵਾ ਦੇ ਕਿਸੇ ਦੀ ਇਹਨਾਂ ਨੇ ਕੀ ਕਰਨੀ ਹੈ। ਬੇਮੁਖ ਦਿਆ ਦੁਖ ਕੀਏ ਬੇਪਰੀਤੇ। ਤੇ ਉਲਟਾ ਮਹਾਰਾਜ ਇਹਨਾਂ ਨੇ ਤੇ ਸਾਨੂੰ ਧੱਕੇ ਮਾਰੇ ਹੈ, ਬੇਅਦਬੀ ਕੀਤੀ ਹੈ। ਸੁਨਤ ਅਵਗਿਆ ਸੰਤਨ ਕੇਰੇ। ਇਹ ਬਚਨ ਸੱਚੇ ਪਾਤਸ਼ਾਹ ਮਹਾਰਾਜ ਨੇ ਸੁਣੇ, ਜੋ ਸਾਧੂਆਂ ਦੇ ਨਾਲ ਇਹਨਾਂ ਨੇ ਅਵਗਿਆ ਕੀਤੀ ਸੀਗੀ, ਜ਼ੋਰ ਜ਼ਬਰਦਸਤੀ ਕੀਤੀ, ਧੱਕੇ ਮਾਰੇ। ਰੇਸ ਉਪਜੇ ਮਨ ਮਾਹੇ ਕਨੇਰੇ। ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਮਨ ਵਿੱਚ ਇਸ ਗੱਲ ਦਾ ਰੰਜ ਹੋਇਆ, ਗੁੱਸਾ ਹੋਇਆ। ਤੇਹ ਛੇਨ ਲਾਲੋ ਸਨਮੁਖ ਬੈਸਾ। ਭਾਈ ਲਾਲੋ ਜੀ ਹਜੂਰ ਦੇ ਸਾਹਮਣੇ ਬੈਠੇ ਹੋਏ ਸਨ। ਤੇਹ ਸੋ ਕਹਿਓ ਸ਼ਬਦ ਮੁਖ ਐਸਾ। ਤੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਨੇ ਫਿਰ ਭਵਿੱਖ ਦੇ ਬਾਚਨ, ਆਉਣ ਵਾਲੇ ਸਮੇਂ ਦੇ ਬਾਚਨ ਜਿਹੜੇ ਹਨ ਭਾਈ ਲਾਲੋ ਜੀ ਨੂੰ ਸੰਬੋਧਨ ਕਰਕੇ ਇਹ ਗਰੀਬ ਨਵਾਜ ਨੇ ਉਚਾਰਨ ਕੀਤੇ। ਜਹ ਤੇ ਦੋਸ਼ਟ ਪਠਾਨ ਕੁਚਾਲੇ। ਇਹ ਜਿਹੜੇ ਬੇਈਮਾਨ ਲੋਕ ਹਨ ਪਠਾਨ, ਏਮਨਾਬਾਦ ਦੇ ਵਿੱਚ ਰਾਜ ਕਰਨ ਵਾਲੇ, ਮਰੈ ਪਾਏ ਕੈ ਕਾਸ਼ਟ ਬਸਾਲੇ। ਤੇ ਬਹੁਤ ਦੁੱਖ ਭੋਗ ਕੇ ਮਰਨਗੇ। ਇਹਨਾਂ ਦੀ ਹਾਲਤ ਕੀ ਹੋਵੇਗੀ। ਇਹ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਨੇ ਆਉਣ ਵਾਲੇ ਸਮੇਂ ਦੇ ਬਾਚਨ
ਬਾਣੀ ਦੁਆਰਾ ਭਾਈ ਲਾਲੋ ਜੀ ਨੂੰ ਸਰਵਣ ਕਰਵਾਏ। ਤਿਨ ਕੇ ਸਫਾ ਉਠਾਵਨ ਹੇਤੋ ਇਹਨਾਂ ਬੇਈਮਾਨਾਂ ਦੀ ਸਫਾ ਠਾਉਣ ਵਾਸਤੇ ਬੋਲੇ ਬਾਚ ਬੇਦੇ ਕੋਲ ਕੇਤੋ। ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਕਹਿਣ ਲੱਗੇ ਤਿਲੰਗ ਮਹੱਲਾ ਪਹਿਲਾ। ਜੈਸੇ ਮੈਂ ਆਵੈ ਖਸਮ ਕੇ ਬਾਣੇ ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਭਾਈ ਲਾਲੋ, ਜਿਹੋ ਜੀ ਮੇਰੇ ਖਸਮ ਦੀ ਬਾਣੀ ਹੁਣ ਮੈਨੂੰ ਆ ਰਹੀ ਹੈ, ਹੁਕਮ ਹੋ ਰਿਹਾ ਮੇਰੇ ਮਾਲਕ ਦਾ ਵੀ ਆਉਣ ਵਾਲਾ ਸਮਾਂ ਇਹ ਜਿਹਾ ਆਵੇਗਾ, ਜੋ ਮੇਰਾ ਮਾਲਕ ਮੈਨੂੰ ਕਹਿ ਰਿਹਾ ਹੈ ਉਹੀ ਮੈਂ ਭਾਈ ਲਾਲੋ ਜੀ ਤੁਹਾਨੂੰ ਸੁਣਾ ਰਿਹਾ ਹਾਂ। ਪਾਪ ਕੇ ਜੰਜ ਲੈ ਕਾਬਲੋਂ ਧਾਇਆ। ਇਸ ਤਰ੍ਹਾਂ ਪਾਪ ਦੀ ਜੰਜ ਲੈ ਕੇ ਉਹ ਕਾਬਲ ਦਾ ਜਿਹੜਾ ਹੈ ਯੋਧਾ ਉਹ ਆ ਰਿਹਾ ਹੈ, ਪਾਪ ਦੀ ਜੰਜ ਨਾਲ ਲੈ ਕੇ, ਆਪਣੇ ਫੌਜੀਆਂ ਨੂੰ ਨਾਲ ਲੈ ਕੇ, ਜੰਜ ਸਰੂਪ ਤਿਆਰ ਕਰਕੇ ਆਪ ਲਾੜਾ ਬਣ ਕੇ। ਜੋਰੇ ਮੰਗੈ ਦਾਨ ਵੇ ਲਾਲੋ। ਇਹ ਭਾਈ ਲਾਲੋ ਧੱਕੇ ਦੇ ਨਾਲ ਆਣ ਕੇ ਦਾਨ ਲਊਗਾ, ਸੋਟੇ ਦੇ ਨਾਲ, ਅਥਵਾ ਜੋਰੀ ਮੰਗੇ ਦਾਨ ਵੇ ਲਾਲੋ। ਆ ਜਿਹੜੀਆਂ ਇਸਤਰੀਆਂ ਨਾ, ਇਹਨਾਂ ਦੀਆਂ ਇਹ ਵੀ ਨਹੀਂ ਇਹਨਾਂ ਨੂੰ ਸਮਝਾਉਂਦੀਆਂ, ਤੇ ਇਹਨਾਂ ਇਸਤਰੀਆਂ ਦਾ ਦਾਨ ਉਹਨੇ ਲੈਣਾ ਹੈ। ਸੋਨਾ ਚਾਂਦੀ ਹੀਰੇ ਜਵਾਹਰ ਤਾਂ ਲੈਣੇ ਹੀ ਲੈਣੇ ਹੈ, ਇਸਤਰੀਆਂ ਦਾ ਦਾਨ ਵੀ ਇਹਨਾਂ ਦੇ ਪਾਸੋਂ ਲੈ ਕੇ ਜਾਵੇਗਾ ਕਾਬਲ ਦਾ ਬਾਦਸ਼ਾਹ। ਸ਼ਰਮ ਧਰਮ ਦੋਏ ਛਪ ਖਲੋਏ। ਇਹ ਸ਼ਰਮ ਤੇ ਧਰਮ, ਸ਼ਰਮ ਨਾਂ ਦੀ ਚੀਜ਼ ਹੀ ਕੋਈ ਨਹੀਂ ਰਹਿ ਗਈ, ਧਰਮ ਕੋਈ ਨਹੀਂ ਹੈ। ਅਤਿਥੀ ਨੂੰ ਦੇਵ ਭਾਵ ਸਮਝਣਾ, ਰੱਬ ਸਮਝਣਾ, ਦੇਵਤਾ ਸਮਝਣਾ, ਉਹ ਇਹਨਾਂ ਦੇ ਵਿੱਚੋਂ ਚਲਾ ਹੀ ਗਿਆ। ਨਾ ਇਹਨਾਂ ਨੂੰ ਸ਼ਰਮ ਹਯਾ ਹੈ, ਨਾ ਇਹਨਾਂ ਦਾ ਕੋਈ ਧਰਮ ਰਹਿ ਗਿਆ ਹੈ। ਇਹ ਸ਼ਰਮ ਤੇ ਧਰਮ ਦੋਵੇਂ ਫੁਰ ਹੋ ਗਏ ਆ, ਕਫੂਰ ਹੋ ਗਏ ਹਨ। ਕੋੜ ਫੇਰੈ ਪ੍ਰਧਾਨ ਵੇ ਲਾਲੋ। ਇਹ ਸਾਡੇ ਪਿਆਰੇ ਲਾਲੋ, ਜਿੱਥੇ ਕਿਥੇ ਝੂਠ ਹੀ ਪ੍ਰਧਾਨ ਹੋਇਆ ਪਿਆ ਹੈ। ਕਾਜੀਆਂ ਬਾਮਣਾ ਕੇ ਗਾਲ ਥਕੇ। ਇਹ ਜਿਹੜੇ ਕਾਜੀ ਤੇ ਬਾਹਮਣ ਇਹ ਤੇ ਹੁਣ ਖਤਮ ਹੋ ਗਏ, ਨਾ ਕਾਜੀਆਂ ਦੀ ਕੋਈ ਗੱਲ ਰਹਿ ਗਈ, ਨਾ ਬਾਹਮਣਾਂ ਦੀ ਕੋਈ ਗੱਲ ਰਹਿ ਗਈ ਹੈ। ਅਗਦ ਪੜੈ ਸ਼ੈਤਾਨ ਵੇ ਲਾਲੋ। ਬਾਹਮਣ ਦੀ ਜਗ੍ਹਾ ਤੇ ਲਾਵਾਂ 7 ਫੇਰੇ ਅੱਗ ਦੇ ਦਿਵਾਲੇ ਸ਼ੈਤਾਨ ਕਰਵਾਇਆ ਕਰੂਗਾ, ਤੇ ਇਸੇ ਤਰ੍ਹਾਂ ਕਾਜੀ ਦੀ ਜਗ੍ਹਾ ਤੇ ਵਿਆਹ ਜਿਹੜਾ ਉਹ ਸ਼ੈਤਾਨ ਲੋਕ, ਬੇਈਮਾਨ ਲੋਕ ਜਿਹੜੇ ਨੇ ਉਹ ਕਰਵਾਇਆ ਕਰਨਗੇ। ਮੁਸਲਮਾਨੀਆਂ ਪੜ੍ਹੇ ਕਤੇਬਾ। ਜਿਸ ਵੇਲੇ ਇਹ ਜਿਹਾ ਭਿਆਨਕ ਸਮਾਂ ਆਵੇਗਾ ਨਾ, ਤੇ ਫਿਰ ਆਪਣੇ ਆਪ ਨੂੰ ਬਚਾਉਣ ਵਾਸਤੇ ਇਹ ਮੁਸਲਮਾਨੀਆਂ ਕਿਤਾਬਾਂ ਪੜ੍ਹਿਆ ਕਰਨਗੀਆਂ, ਵਿਖਾਵਾ ਕਰਿਆ ਕਰਨਗੀਆਂ ਕਿਤੇ ਪੜ੍ਹਨ ਦਾ। ਕਸ਼ਟ ਮੈਂ ਕਰਹਿ ਖੁਦਾਏ ਵੇ ਲਾਲੋ। ਕਿਉਂਕਿ ਦੁੱਖ ਦੇਖ ਕੇ ਨਾ ਫਿਰ ਖੁਦਾ ਇਹਨਾਂ ਨੂੰ ਯਾਦ ਆਊਗਾ, ਰੱਬ ਯਾਦ ਆਊਗਾ। ਭਗਤ ਕਬੀਰ ਸਾਹਿਬ ਜੀ ਨੇ ਵੀ ਇਹ ਬਚਨ ਕਹੇ ਸੀ ਕਿ ਭਾਈ ਕਾਮ ਪਰੇ ਤੇ ਸਿਮਰਿਐ ਐਸਾ ਸਿਮਰੋ ਨਿਤ। ਬਿਪਤਾ ਦੇ ਸਮੇਂ ਤੇ ਜੋ ਯਾਦ ਕਰਦੇ ਹੋ ਤੇ ਨੇਤੀ ਸਿਮਰੋ, ਬਿਪਤਾ ਆਵੇ ਹੀ ਨਾ ਤੁਹਾਨੂੰ। ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਲਾਲੋ, ਇਹੋ ਜਿਹਾ ਸਮਾਂ ਆਵੇਗਾ, ਐਸਾ ਭਿਆਨਕ ਸਮਾਂ, ਇਹ ਜਿਹੜੇ ਰੱਬ ਨੂੰ ਭੁੱਲੇ ਬੈਠੇ ਆ ਨਾ, ਦੇ ਮਣਕੇ ਤੇ ਮਣਕਾ ਦਵਾ ਦਵ ਖੁਦਾ ਖੁਦਾ ਖੁਦਾ, ਅੱਲਾ ਅੱਲਾ, ਰਾਮ ਰਾਮ, ਬਸ ਰਟੀ ਜਾਣਗੇ ਵੀ ਇਹਨਾਂ ਦਾ ਕਿਵੇਂ ਨਾ ਕਿਵੇਂ ਬਚਾਓ ਹੋ ਜੇ। ਅੱਜ ਭੁੱਲੇ ਫਿਰਦੇ ਆ। ਕਿਸੇ ਸਾਧੂ ਦੀ ਪਤ ਨਹੀਂ ਹੈ, ਕਿਸੇ ਫਕੀਰ ਦੀ ਇੱਜ਼ਤ ਨਹੀਂ ਹੈ, ਭਲੇ ਮਾਨਸ ਦੀ ਕੋਈ ਇੱਜ਼ਤ ਨਹੀਂ ਹੈ। ਸਭ ਦੀ ਲਾਈ ਜਾਂਦੇ ਆ ਨਸ਼ੇ ਦੇ ਵਿੱਚ ਅੰਨੇ ਹੋਏ। ਕਈਆਂ ਨੂੰ ਮਾਇਆ ਦਾ ਨਸ਼ਾ, ਕਈਆਂ ਨੂੰ ਮਦ ਦਾ ਨਸ਼ਾ ਚੜਿਆ ਹੋਇਆ ਹੈਗਾ। ਪਰ ਉਹ ਆਊਗਾ ਨਾ ਜੰਜ ਤਿਆਰ ਕਰਕੇ ਫੌਜ ਦੀ ਨਾਲ, ਤੇ ਇਹਨਾਂ ਦੀਆਂ ਜੋਰਾਂ ਜਿਹੜੀਆਂ ਔਰਤਾਂ ਉਹ ਵੀ ਲੈ ਜਾਊਗਾ ਖੋ ਕੇ ਦਾਨ ਵਜੋਂ, ਧਨ ਦੌਲਤ ਵੀ ਲੁੱਟ ਕੇ ਲੈ ਜਾਊਗਾ, ਬਹੁਤ ਇਹਨਾਂ ਦੀ ਮੰਦੀ ਹਾਲਤ ਕਰੂਗਾ। ਫਿਰ ਇਹਨਾਂ ਨੂੰ ਰੱਬ ਯਾਦ ਆਊਗਾ ਜਦ ਇਹੋ ਜਿਹਾ ਡੰਡਾ ਇਹਨਾਂ ਦੇ ਸਿਰ ਵਿੱਚ ਪਿਆ ਆਣ ਕੇ। ਜਾਤ ਸਨਾਤੇ ਹੋਰ ਹਿੰਦਵਾਣੀਆਂ। ਇਸੇ ਤਰ੍ਹਾਂ ਹਿੰਦਵਾਣੀਆਂ ਕੀ ਸਨਾਤਨ ਧਰਮ ਨੂੰ ਮੰਨਣ ਵਾਲੇ ਲੋਕ, ਇਹ ਪੇ ਲੇਖ ਲਾਏ ਵੇ ਲਾਲੋ। ਇਹ ਸਾਰਿਆਂ ਨੇ ਲੇਖੇ ਲੱਗ ਜਾਣਾ। ਦੇਖੀ ਤੂੰ ਹਾਲਤ ਇਹਨਾਂ ਦੀ ਕੀ ਹੁੰਦੀ ਹੈ। ਖੂਨ ਕੇ ਸੋਹਲੇ ਗਾਵਿਐ ਨਾਨਕ। ਇੱਥੇ ਗੀਤ ਜਿਹੜੇ ਨਾ ਸੋਹਲੇ ਉਹ ਸਾਰੇ ਖੂਨ ਦੇ ਹੀ ਗਾਏ ਜਾਣੇ ਆ। ਉਧਰ ਵੀ ਖੂਨ ਡੁੱਲਦਾ ਫਿਰਦਾ, ਇੱਧਰ ਵੀ, ਉਧਰ ਇੰਨੇ ਮਰ ਗਏ, ਉਧਰ ਆਹ ਹੋ ਗਿਆ। ਬਸ ਇਹੀ ਕਵਿਤਾਵਾਂ ਇੱਥੇ ਪੜ੍ਹੀਆਂ ਜਾਣਗੀਆਂ ਇਹਨਾਂ ਗਲੀਆਂ ਬਾਜ਼ਾਰਾਂ ਦੇ ਵਿੱਚ। ਇਹ ਸੋਹਲੇ, ਇਹੀ ਗੀਤ, ਖੂਨ ਹੀ ਖੂਨ ਖਿਲ ਰਿਹਾ ਹੋਊਗਾ।
ਖੂਨ ਦੀਆਂ ਗੱਲਾਂ, ਖੂਨ ਦੀਆਂ ਕਵਿਤਾਵਾਂ ਚਾਰ ਚਫੇਰੇ ਸੁਣਾਈ ਦੇਣਗੀਆਂ। ਰਤ ਕਾ ਕੁੰਗੂ ਪਾਏ ਵੇ ਲਾਲੋ। ਅਤੇ ਖੂਨ ਦਾ ਇਹ ਕੁੰਗੂ ਜਿਹੜਾ ਇਹ ਪਹਿਨ ਕੇ ਤੁਰੇ ਫਿਰਨਗੇ, ਪੀਣਗੇ ਲੋਕ। ਚਾਉ ਪਏ ਇਸ ਕੋ ਕਰਹਾਂ ਅਰਥ ਬਖਾਨ। ਸੋ ਇਹਦੀ ਵਿਚਾਰ ਅੱਗੇ ਦੱਸ ਰਹੇ ਨੇ ਭਾਈ ਸਾਹਿਬ। ਸੁਨੀਏ ਸ਼ਰੋਤਾ ਦੇ ਕਰ ਕਾਨ। ਸੋ ਧਿਆਨ ਦੇ ਕੇ ਭਾਈ ਸੁਣੋ। ਜੋ ਜੋ ਤੇਰੇ ਭਗਤ ਦਿਖਾਏ ਹੋ ਤਤਕਾਲ ਤੁਮ ਮਾਰਾ। ਬੇਅਦਬੀ ਉਹਨਾਂ ਸਾਧੂਆਂ ਦੀ, ਭਾਈ ਮਰਦਾਨੇ ਜੀ ਦੀ ਨਹੀਂ ਹੈ, ਰੱਬ ਦੀ ਬੇਅਦਬੀ ਕੀਤੀ ਜਿਨ੍ਹਾਂ ਨੇ ਇਹਨਾਂ ਨੂੰ ਭੇਜਿਆ ਹੈ। ਤੇ ਰੱਬ ਦੀ ਬੇਅਦਬੀ ਕਰਨ ਦੇ ਨਾਲ ਪਰਮੇਸ਼ਵਰ ਨੂੰ ਇਸ ਗੱਲ ਦਾ ਤਾਂ ਹੈ ਨਾ ਵੀ ਸਾਡੇ ਪਿਆਰਿਆਂ ਦੇ ਨਾਲ ਇਹਨਾਂ ਨੇ ਇਹ ਕੀਤਾ, ਉਹਨਾਂ ਦਾ ਹਸ਼ਰ ਕੀ ਹੋਵੇਗਾ। ਉਹ ਸੰਖੇਪ ਸਰੂਪ ਦੇ ਵਿੱਚ ਅਰਥ ਦੱਸ ਰਹੇ ਹਨ ਭਾਈ ਸੰਤੋਖ ਸਿੰਘ ਜਿਸ ਗ੍ਰੰਥ ਦੇ ਕਰਤਾ। ਲਾਲੋ ਸੋ ਗੁਰ ਗਿਰਾ ਅਲਾਏ। ਭਾਈ ਲਾਲੋ ਜੀ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਐਸੇ ਨਹਿ ਮਨ ਮਹਿ ਤੂੰ ਲਿਆਏ। ਭਾਈ ਲਾਲੋ ਤੂੰ ਨਹੀਂ ਮਨ ਵਿੱਚ ਇਹ ਵਿਚਾਰ ਕਰਨੀ ਵੀ ਇਹਨਾਂ ਦੀ ਬੇਅਦਬੀ ਹੋਈ ਸਾਧੂਆਂ ਦੀ। ਸ਼ਰਾਬ ਦੇਤ ਰੋਸ ਮਨ ਕਿਨੋ। ਇਹ ਗੁੱਸਾ ਹੈ ਸਾਨੂੰ ਇਸ ਗੱਲ ਦਾ, ਸਾਡੇ ਸਾਧੂਆਂ ਦੀ ਬੇਅਦਬੀ ਹੋਈ ਹੈ ਤੇ ਇਹਦੇ ਨਾਲ ਅਸੀਂ ਕੋਈ ਸ਼ਰਾਬ ਨਹੀਂ ਇਹਨਾਂ ਨੂੰ ਦੇ ਰਹੇ। ਕੋਈ ਇਹ ਨਾ ਸਮਝੇ ਵੀ ਏਮਨਾਬਾਦ ਲੁੱਟਿਆ ਗਿਆ, ਇਹਨਾਂ ਦੀ ਪੱਤ ਲੁੱਟੀ ਗਈ ਤੇ ਬਾਬੇ ਨਾਨਕ ਜੀ ਨੇ ਸ਼ਰਾਪ ਦਿੱਤਾ ਸੀ। ਅਸੀਂ ਸ਼ਰਾਪ ਨਹੀਂ ਕੋਈ ਕਿਸੇ ਨੂੰ ਦੇ ਰਹੇ ਹਾਂ। ਸਾਹਿਬ ਕੇ ਆਇਸ ਹੈ ਚੇਨੋ। ਅਸੀਂ ਤਾਂ ਕੇਵਲ ਭਾਈ ਲਾਲੋ ਜੋ ਮੇਰੇ ਰੱਬ ਨੂੰ ਭਾਉਂਦਾ ਹੈ, ਪਰਮੇਸ਼ਵਰ ਨੂੰ ਭਾਉਂਦਾ ਹੈ, ਉਹਦੇ ਮਨ ਮਾਫਕ ਇਹ ਏਮਨਾਬਾਦ ਵਾਲਿਆਂ ਨਾਲ ਹੋਣਾ ਕੀ ਹੈ ਉਹ ਜੋ ਕਿ ਮੈਨੂੰ ਪਤਾ ਲੱਗਿਆ ਮੈਂ ਉਹ ਭਾਈ ਲਾਲੋ ਤੁਹਾਨੂੰ ਸੁਣਾ ਰਿਹਾ ਹਾਂ, ਦੱਸ ਰਿਹਾ ਹਾਂ। ਜਿਉ ਵਾਹਿਗੁਰੂ ਕਰਤ ਰਜਾਏ। ਕਿਉਂਕਿ ਜੋ ਵੀ ਕਰਤੇ ਪੁਰਖ ਵਾਹਿਗੁਰੂ ਦਾ ਭਾਣਾ ਹੁੰਦਾ, ਹੁਕਮ ਹੁੰਦਾ ਹੈ। ਤੈਸੇ ਹੀ ਮੈਂ ਕਹਿਤ ਬਨਾਏ। ਉਸੇ ਤਰ੍ਹਾਂ ਹੀ ਮੈਂ ਕਹਿ ਕੇ ਦੱਸਿਆ ਕਿ ਮੈਂ ਆਪਣੇ ਵੱਲੋਂ ਸ਼ਰਾਪ ਨਹੀਂ ਨਗਰ ਨਿਵਾਸੀਆਂ ਨੂੰ ਦੇ ਰਿਹਾ ਹਾਂ। ਲੋਕਨ ਇਹਾ ਪਾਪ ਜੋ ਕੀਨੰ। ਇਹ ਜਿਹੜੇ ਲੋਕ ਇੱਥੇ ਪਾਪ ਕਰ ਰਹੇ ਜਾਂ ਕੀਤਾ ਹੈ, ਸੋ ਕਾਬਲ ਮੈਂ ਤਨ ਧਰ ਲੈਨੰ। ਉਹ ਪਾਪ ਜਿਹੜਾ ਹੈ ਨਾ ਇੱਥੇ ਹੋ ਰਿਹਾ, ਉਹਨੇ ਕਾਬਲ ਦੇ ਵਿੱਚ ਆਪਣਾ ਜਨਮ ਧਾਰ ਲਿਆ ਪਾਪ ਨੇ। ਅਗ ਕਾ ਫਲ ਦੁਖ ਦੇਹ ਕਨੇਰਾ। ਇਹ ਜਿਹੜਾ ਪਾਪ ਇਹਨਾਂ ਕੀਤਾ ਹੋਇਆ, ਇਹਨਾਂ ਦੇ ਪਾਪ ਦਾ ਫਲ ਇਹਨਾਂ ਨੂੰ ਬਹੁਤਾ ਦੁੱਖ ਸਰੂਪ ਦੇ ਵਿੱਚ ਪ੍ਰਾਪਤ ਹੋਵੇਗਾ। ਬਿਨ ਦੇਨੇ ਨਹਿ ਹੋਏ ਨਬੇਰਾ। ਤੇ ਇਹ ਪਾਪ ਦਾ ਫਲ ਭੋਗੇ ਤੋਂ ਬਿਨਾ ਨਵੇੜਾ ਨਹੀਂ ਹੋਣਾ, ਖਾਤਮਾ ਨਹੀਂ ਹੋਣਾ ਹੈ। ਦੋਹਰਾ ਮੁਗਲ ਰੂਪ ਤਰ ਆਵੇ ਮੰਗਹਿ ਬਲ ਸੋ ਦਾਨ। ਸੋ ਇਹ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ। ਅਜੇ ਅਰਥ ਚੱਲਦੇ ਹਨ ਕਿਉਂਕਿ ਸ਼ਬਦ ਦੇ ਵੀ ਆਪ ਜੀ ਨੇ ਸੰਖੇਪ ਦੇ ਵਿੱਚ ਵਿਚਾਰ ਸਰਵਣ ਕੀਤੀ ਹੈ। ਹਮੇਸ਼ਾ ਵਾਸਤੇ ਸੰਗਤ ਜੀ ਉਸ ਪਰਮੇਸ਼ਵਰ ਦੇ ਭੈ ਦੇ ਵਿੱਚ ਰਹਿਣਾ ਚਾਹੀਦਾ ਹੈ। ਭਗਤ ਕਬੀਰ ਸਾਹਿਬ ਜੀ ਦੇ ਸ਼ਬਦ ਹਨ, ਕਬੀਰ ਗਰਭ ਨਾ ਕੀਜੀਏ ਰੰਕ ਨਾ ਹਸੀਏ ਕੋਏ, ਅਜੋ ਸੋ ਨਾਉ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਏ। ਗਰੀਬ ਨੂੰ ਵੇਖ ਕੇ ਮਸਕਰੀਆਂ ਨਹੀਂ ਕਰਨੀਆਂ ਚਾਹੀਦੀਆਂ, ਹੰਕਾਰ ਨਹੀਂ ਕਰਨਾ ਚਾਹੀਦਾ ਤੇ ਗਰੀਬ ਦੀ ਖਿੱਲੀ ਨਹੀਂ ਉਡਾਉਣੀ ਚਾਹੀਦੀ। ਸਾਡੀ ਸਰੀਰ ਦੀ ਨੌਕਾ ਜਿਹੜੀ ਹੈ ਨਾ ਸੰਸਾਰ ਰੂਪੀ ਸਮੁੰਦਰ ਵਿੱਚ ਹੈ, ਪਤਾ ਨਹੀਂ ਕਿਹੜੇ ਪਾਸੇ ਨੂੰ ਪਲਟਣਾ ਇਸ ਨੇ। ਇਸ ਵਾਸਤੇ ਹਮੇਸ਼ਾ ਵਾਸਤੇ ਪਰਮੇਸ਼ਵਰ ਦੇ ਭੈ ਵਿੱਚ ਰਹਿਣਾ ਚਾਹੀਦਾ ਹੈ। ਗਰੀਬਾਂ ਨੂੰ ਤੰਗ ਨਹੀਂ ਕਰਨਾ ਚਾਹੀਦਾ। ਜੇ ਪਰਮੇਸ਼ਵਰ ਨੇ ਤੁਹਾਨੂੰ ਤਾਕਤ ਦਿੱਤੀ ਹੈ, ਤੁਹਾਨੂੰ ਪੈਸਾ ਦਿੱਤਾ ਹੈ, ਕੋਈ ਤੁਹਾਨੂੰ ਹਕੂਮਤ ਦਿੱਤੀ ਹੈ, ਤੇ ਗਰੀਬਾਂ ਨਾਲ ਪਿਆਰ ਕਰੋ, ਨਾ ਕਿ ਉਹਨਾਂ ਦਾ ਤਿਰਸਕਾਰ ਕਰੋ, ਨਿਰਾਦਰ ਨਾ ਕਰੋ। ਸਾਰਿਆਂ ਦੇ ਹਿਰਦੇ ਵਿੱਚ ਪਰਮੇਸ਼ਵਰ ਜਾਣ ਕੇ ਉਹਦਾ ਅਦਬ ਕਰੋ, ਸਤਿਕਾਰ ਕਰੋ। ਜੇ ਸੰਸਾਰ ਦੇ ਵਿੱਚ ਆਏ ਹੋ ਤੇ ਭਲਾ ਕਰਕੇ ਜਾਓ, ਦੁਨੀਆ ਤੁਹਾਨੂੰ ਯਾਦ ਰੱਖੇ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਕਿਉਂਕਿ ਸੰਸਾਰ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਧਰਮ ਹੈ, ਕਿੰਨੇ ਧਰਮ ਗ੍ਰੰਥ ਹੈ, ਪਰ ਧੰਨ ਗੁਰੂ ਨਾਨਕ ਪਾਤਸ਼ਾਹ ਤੋਂ ਬਿਨਾਂ ਕਿਸੇ ਨੇ ਵੀ ਇਹ ਸ਼ਬਦ ਨਹੀਂ ਵਰਤੇ ਜੋ ਗੁਰੂ ਨਾਨਕ ਸਾਹਿਬ ਨੇ ਸਮੁੱਚੀ ਮਨੁੱਖਤਾ ਦੇ ਭਲੇ ਵਾਸਤੇ ਵਰਤੇ। ਸਿੱਖ ਦੇ ਘਰੇ ਬੱਚਾ ਪੈਦਾ ਹੋਵੇ, ਸਿੱਖ ਦੇ ਘਰ ਵਿੱਚ ਕੋਈ ਮੌਤ ਹੋ ਜਾਵੇ, ਸਿੱਖ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੇ, ਸ਼ਾਮ ਨੂੰ ਸੌਣ ਲੱਗਾ ਰਹਿ ਰਾਜ ਸਾਹਿਬ ਦਾ ਪਾਠ ਕਰਕੇ ਅਰਦਾਸ ਕਰੇ, ਹਰ ਵੇਲੇ ਹੀ, ਚਾਹੇ ਖੁਸ਼ੀ ਹੋਵੇ, ਗਮੀ ਹੋਵੇ, ਚਾਹੇ ਆਮ ਹੋਵੇ, ਤੇ ਸਿੱਖ ਨੇ ਕਹਿਣਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਾਰਿਆਂ ਦਾ ਭਲਾ ਮੰਗਣ ਵਾਲੀ ਇਹ ਕੌਮ ਗੁਰੂ ਨਾਨਕ ਸਾਹਿਬ ਨੇ ਸਮੁੱਚੀ ਮਨੁੱਖਤਾ ਦਾ
ਜੀਵਾਂ ਜਾਨਵਰਾਂ ਦਾ, ਪਸ਼ੂ ਪੰਛੀਆਂ ਦਾ ਵੀ ਭਲਾ ਮੰਗਿਆ ਹੈ। ਸਰਬੱਤਰ ਦੇ ਵਿੱਚ ਸਾਰੇ ਹੀ ਆ ਜਾਂਦੇ, 84 ਲੱਖ ਜੂਨ ਹੀ ਆ ਜਾਂਦੀ ਹੈ। ਸੋ ਗੁਰੂ ਕਿਰਪਾ ਕਰਨ, ਪਰਉਪਕਾਰੀ ਸੁਭਾਅ ਸਾਡਾ ਬਣੇ, ਸਾਰਿਆਂ ਦੇ ਨਾਲ ਪਿਆਰ ਕਰਨ ਵਾਲਾ ਸਾਡਾ ਸੁਭਾਅ ਬਣੇ, ਤਾਂ ਸਾਡਾ ਇਹ ਜੀਵਨ ਜਿਹੜਾ ਹੈ ਨਾ ਮਨੁੱਖਾ, ਸਾਧ ਸੰਗਤ ਜੀ, ਇਹ ਕੰਧ ਦੇ ਉੱਤੇ ਦੌੜ ਹੈ ਮਨੁੱਖਾ ਜੀਵਨ। ਭੀਤ ਦੇ ਉੱਤੇ ਕੋਈ ਕਵੇ ਨਾ ਕੰਧ ਦੇ ਉੱਤੇ ਮੈਂ ਦੌੜਾ ਜਾਵਾਂ, ਕਿੰਨਾ ਕੁ ਦੌੜ ਦਊਗਾ, ਆਖਰ ਤਾਂ ਕੰਧ ਨੇ ਖਤਮ ਹੋਣਾ ਹੈ, ਥੱਲੇ ਡਿੱਗਣਾ ਹੀ ਹੈ। ਇਸੇ ਤਰ੍ਹਾਂ ਜੀਵਨ ਹੈ ਸਾਡਾ, ਜਿੰਨਾ ਵੀ ਇਹਨੂੰ ਸਵਾਰਿਆ ਜਾਵੇ, ਸਵਾਰ ਲੈਣਾ ਭਲਾ ਹੈ। ਤੇ ਫਿਰ ਆਪਾਂ ਇਹ ਗੱਲ ਇੱਕ ਠੋਕ ਕੇ ਛਾਤੀ ਤੇ ਹੱਥ ਲਾ ਕੇ ਕਹਿ ਸਕਦੇ ਹਾਂ, ਬੌਰ ਹਮ ਕਾਹੇ ਆਵੇਂਗੇ। ਇਹ ਆਪਣੇ ਜੀਵਨ ਨੂੰ ਸਫਲਾ ਬਣਾਈਏ। ਐਵੇਂ ਇਸ ਮਨੁੱਖਾ ਜਨਮ ਨੂੰ ਹੀਰੇ ਵਰਗਾ ਜਿਹੜਾ ਅਮੋਲਕ ਸਾਨੂੰ ਬਖਸ਼ਿਆ ਹੋਇਆ ਨਿਰੰਕਾਰ ਨੇ, ਈਰਖਾ ਦੇ ਵਿੱਚ, ਝਗੜਿਆਂ ਦੇ ਵਿੱਚ, ਹਉਮੈ ਹੰਕਾਰ ਦੇ ਵਿੱਚ, ਮਸਕਰੀਆਂ ਦੇ ਵਿੱਚ ਹੀ ਨਾ ਆਪਣਾ ਬਰਬਾਦ ਕਰ ਲਈਏ। ਗੁਰੂ ਕਿਰਪਾ ਕਰਨ। ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਨੂੰ ਸਮਤ ਦੇਵੋ, ਅਸੀਂ ਗਰੀਬਾਂ ਨੂੰ ਵੇਖ ਕੇ ਮਸਕਰੀਆਂ ਨਾ ਕਰਿਆ ਕਰੀਏ। ਹਉਮੈ ਵਾਲਾ ਸੁਭਾਅ ਜਿਹੜਾ ਹੈ ਸਾਡਾ ਉਹ ਨਾ ਬਣ ਜਾਵੇ। ਨਿਮਰਤਾ ਭਾਵ ਦੇ ਵਿੱਚ ਰਹਿ ਕੇ ਜੀਵਨ ਬਤੀਤ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ, ਅੱਗੇ ਤੋਂ ਸਮਤ ਬਖਸ਼ਣੀ। ਪਿਆਰ ਸਤਿਕਾਰ ਸਹਿਤ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁਤ ਹੈ ਪਾਰ ਬ੍ਰਹਮ ਅਵਨਾਸੀ ਅਗਨ, हे पूरन हे सर्व मैं दुख भंजन गुण तास, हे